एक बहुत ही दिलचस्प मसला सामने आया। कुछ पटीशनस फाइल हुई PIL पब्लिक इंटरस्ट लिटिगेशन जनहित पटीशन, जिहदे च मंग की गई कि जिहड़ियां मुल्क दीयां सियासी पार्टियां वा उन्हां नूं राइट टू इन्फॉर्मेशन RTI एक्ट के आधार लिया चाहिए वा, ताकि उन्हां बारे लोग सूचना लै सकन। फंडिंग कितनी आ रही है, जिहड़े वोटर्स जिहड़े उम्मीदवार की सिलैक्शन किवें करते हैं और चोणां दे विच की प्रोसैस वो फॉलो करते हैं, कि सियासी पार्टियां जिहड़ियां वा वो RTI थले होणियां चाहीदियां वा, कि लोकां नूं उन्हां बारे जानकारी लैण दा पूरा अधिकार होना चाहिए वा। संधू साहब, राइट टू इन्फॉर्मेशन एक्ट जो पास होया 2005 ਦੇ ਵਿੱਚ ਰਾਈਟ, ਹਾਂਜੀ, ਤੇ ਉਦੋਂ ਕੋਈ ਇਹਦੇ ਵਿੱਚ ਕਲੌਜ਼ ਨਹੀਂ ਰੱਖੀ ਗਈ ਵੀ ਇਹ ਸਿਆਸੀ ਪਾਰਟੀਆਂ ਦੇ ਅੰਡਰ ਆਉਂਦੀਆਂ, ਉਹਨਾਂ ਦਾ ਹੋ ਸਕਦਾ ਨਹੀਂ। ਉੱਥੇ ਕਲੌਜ਼ ਇਹ ਸੀ ਵੀ ਜਿਹੜੀ ਵੀ ਪਬਲਿਕ ਅਥਾਰਟੀ ਆ, ਕੋਈ ਵੀ ਜਿਹੜੀ ਪਬਲਿਕ ਅਥਾਰਟੀ ਆ, ਉਹ RTI ਐਕਟ ਦੇ ਅਧੀਨ ਹੋਊ। ਤੇ ਫਿਰ ਤਾਂ ਰਾਈਟ ਟੂ ਇਨਫੋਰਮੇਸ਼ਨ ਫਿਰ ਹੋਣਾ ਚਾਹੀਦਾ, ਇਹ ਵੀ ਇਸ ਘੇਰੇ 'ਚ ਆਉਣੇ ਚਾਹੀਦੇ ਆ, ਕਿਉਂਕਿ ਲੋਕਾਂ 'ਚ ਪਬਲਿਕ ਫਿਗਰ ਕੀ ਆ ਜਾਂਦੇ ਨਾ ਫਿਰ ਤਾਂ ਇਹ, ਫਿਰ ਇਹਦਾ ਮਤਲਬ ਵੀ ਇਹ ਫਾਇਦਾ ਲੈ ਜਾਂਦੇ ਆ। ਜਿਵੇਂ ਆਪਾਂ ਦੇਖਿਆ ਵੀ ਕਈ ਬਹੁਤ ਵੱਡੇ ਵੱਡੇ ਸੈਲੀਬ੍ਰਿਟੀ ਜਾਂ ਦੂਜੇ ਘਰਾਣੇ ਉਹ ਇਨਕੰਟਰਸਟ ਤੋਂ ਬਚ ਜਾਂਦੇ, ਇਹਦਾ ਮਤਲਬ ਉਹ ਫਿਰ ਫੰਡ ਉਹਨਾਂ ਤੋਂ ਆਉਂਦਾ ਹੈ। ਤੇ ਦੂਜਾ ਮੈਂ ਕਹੂੰਗਾ ਕਿੰਨਾ ਵਾਦ ਚੱਲਦਾ ਪਿੱਛੇ 2017 'ਚ ਆਪਾਂ ਜਿਹੜਾ ਲੈ ਲਓ ਤੁਸੀਂ ਆਪ, ਕਿੰਨਾ ਰੌਲਾ ਪਿਆ ਵੀ ਫੰਡ ਗਿਆ, ਕਿਸ ਦਾ ਹਿਸਾਬ ਕਿਤਾਬ ਨਹੀਂ ਆਇਆ। 2017 ਤੋਂ ਲੈ ਲਓ, ਮੈਨੂੰ ਇਹਦਾ ਚੱਲੀ ਆਪ ਹੈ, ਦੂਜੇ ਵੀ ਪਾਰਟੀਆਂ ਹੈਗੀਆਂ ਹੀ ਆ, ਆਪਾਂ ਦੇਖਦੇ ਹਾਂ ਵੀ ਇਹ ਕਿੰਨਾ ਮਹਿੰਗੇ ਚੋਣਾਂ ਲੜ ਕੇ ਕੀ ਇੱਕ MLA ਦਾ ਖਣੀ ਕਿੰਨਾ ਰੱਖਿਆ ਜਾਂਦਾ, ਸੰਧੂ ਸਾਹਿਬ ਮੈਨੂੰ ਯਾਦ ਨਹੀਂ, 58 ਲੱਖ ਜਾਂ ਵੜਿਆ, ਕੀ ਵਾਕਈ ਉਹਨੇ ਪੈਸੇ ਸਰ ਜਾਂਦਾ। ਫਿਰ ਇਹਦਾ ਇਹ ਫੰਡ ਲੈ ਕੇ ਸਾਰਾ ਕੁਝ ਲੁਕੋ ਕੇ ਇਹਨਾਂ ਨੂੰ ਪਤਾ ਵੀ ਸਾਡੀ ਰਾਈਟ ਟੂ ਇਨਫੋਰਮੇਸ਼ਨ ਨਹੀਂ ਹੋਣੀ ਲੀਕ, ਤੇ ਇਹ ਆਪਦੀ ਮਨਮਰਜ਼ੀ ਕਰਦੇ ਆ। ਤੇ ਆਪਾਂ ਨੂੰ ਮੇਰੇ ਖਿਆਲ ਸਭ ਪਬਲਿਕ ਨੂੰ ਹੀ ਪਤਾ ਵੀ ਇਹ ਮਤਲਬ ਵੀ ਕਿੰਨਾ ਪੈਸਾ ਖਰਚਿਆ ਜਾਂਦਾ ਹੈਗਾ ਚੋਣਾਂ ਤੇ। ਆਧਾਰਿਤ ਪੈਸਾ ਤਾਂ ਕੋਈ ਵੀ ਨਹੀਂ, ਮੇਰੇ ਖਿਆਲ ਇੱਕ ਸਰਪੰਚ ਨਹੀਂ ਪਿੰਡ ਦਾ ਮੇਰੇ ਖਿਆਲ ਉਹਨੇ ਜਿਹੜਾ ਬਣਦਾ। ਪੁਰਾਣੀ ਕਹਾਵਤ ਹੈ ਕਿ ਹਮਾਮ 'ਚ ਸਾਰੇ ਨੰਗੇ ਨੇ, ਆਪ ਸਭ ਤੋਂ ਨਵੀਂ ਆ, ਤੇ ਆਪ ਜਿਹੜੀ ਆ ਉਹਨੇ ਵੀ ਨਹੀਂ ਦੱਸਿਆ ਕਿ ਅਸੀਂ ਰਾਜ ਸਭਾ ਦੇ ਕੈਂਡੀਡੇਟ ਕਿਵੇਂ ਸਿਲੈਕਸ਼ਨ ਕੀਤੀ, ਉਹਨਾਂ ਦੀ ਕਿਵੇਂ ਸਿਲੈਕਸ਼ਨ ਕੀਤੀ। RTI ਦੇ ਥੱਲੇ ਇਹ ਸਿਆਸੀ ਪਾਰਟੀਆਂ ਵੀ ਹੋਣੀਆਂ ਚਾਹੀਦੀਆਂ, ਧਾਰਮਿਕ ਅਦਾਰੇ ਵੀ ਹੋਣੇ ਚਾਹੀਦੇ ਆ। ਠੀਕ ਹੈ ਜੀ। ਇਹ ਤੇ ਕਿਉਂਕਿ ਤੇ ਜੇ ਇਹ ਇੱਦਾਂ ਹੋਣਾ ਤਾਂ ਮੁਸ਼ਕਲ ਹੈ, ਕਿਉਂਕਿ ਸਾਰੇ ਰਲੇ ਮਿਲੇ ਵੇ ਇਹਨਾਂ ਨੂੰ ਪਤਾ ਹੈ। ਜੇ ਹੋ ਜੇ ਤਾਂ ਚੰਗੀ ਗੱਲ ਹੈ, ਪਰ ਦੂਜੀ ਨਾਲ ਗੱਲ ਮੈਂ ਧਾਰਮਿਕ ਅਦਾਰਿਆਂ ਨੂੰ ਤਾਂ ਕਹੀ ਹੈ ਵੀ ਧਾਰਮਿਕ ਅਦਾਰਿਆਂ ਦੇ ਥਰੂ ਵੀ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਇਹ ਵੀ ਪਤਾ ਲੱਗੇ ਲੋਕਾਂ ਨੂੰ, ਤੋਂ ਆਏ ਕਿੰਨੇ ਖਾਤੇ, ਕਿੰਨੀ ਦੀ ਇਨਕਮ ਸੀ, ਹੁਣ ਕਿੰਨੀ ਇਨਕਮ ਹੈ, ਸਾਰਾ ਕੁਝ ਹੋਣਾ ਚਾਹੀਦਾ ਹੈ। ਇਹ ਹੋਣਾ ਵੈਸੇ ਮੁਸ਼ਕਲ ਹੈ, ਕਿਉਂਕਿ ਬੜੇ ਮਗਰਮੱਛ ਬੈਠੇ ਆ, ਇਹਨਾਂ ਨੇ ਕਿਸੇ ਦੀ ਚੱਲ ਨਹੀਂ ਦੇਣੀ। ਜਦੋਂ ਦੂਜਾ ਸਾਰੇ ਮਹਿਕਮੇ RTI ਦੇ ਅਧੀਨ ਆਉਂਦੇ ਨੇ, ਇਹ ਕਿਉਂ ਨਹੀਂ? ਪਰ ਕਰਨਾ ਕਿਵੇਂ ਹੈ ਜੀ? ਹੁਣ ਚੋਣ ਕਮਿਸ਼ਨ ਕਿੰਨੀ ਸਖਤੀ ਕਰਦਾ ਹੈ ਜਦੋਂ ਇਲੈਕਸ਼ਨ ਹੁੰਦਾ ਵੀ ਇੰਨਾ ਤੁਸੀਂ ਖਰਚਾ ਨਹੀਂ ਕਰਨਾ, ਆਹ ਨਜਾਇਜ਼ ਨਹੀਂ ਖਰਚਾ ਕਰਨਾ, ਆਹ ਨਜਾਇਜ਼ ਨਹੀਂ ਕਰਨਾ, ਇੱਦਾਂ ਦੀਆਂ ਰੈਲੀਆਂ ਰੱਖਣੀਆਂ। ਕਿੰਨੇ ਉਹ ਥੱਲੇ ਚੋਣ ਅਬਜ਼ਰਵਰ ਲਾਉਂਦਾ ਵਾ, ਕਿੰਨੇ ਹੋਰ ਨੋਡਲ ਅਫਸਰ ਲਾਉਂਦਾ ਵਾ, ਕਿਸੇ ਉਮੀਦਵਾਰ ਤੇ ਕਾਰਵਾਈ ਹੋਈ ਨਹੀਂ ਹੁੰਦੀ ਹੈ ਜੀ? ਕਾਰਵਾਈ ਹੁੰਦੀ ਆ ਕਾਰਵਾਈ, ਔਰ ਉਹਦਾ ਫਰਕ ਵੀ ਪੈਂਦਾ। ਆਪਾਂ ਨੂੰ ਪਤਾ ਵੀ ਕਿੰਨੇ ਉਮੀਦਵਾਰ ਦਾ ਸਾਰੇ ਨਜਾਇਜ਼ ਖਰਚਾ ਕਰਦੇ, ਹੱਦ ਤੋਂ ਵੱਧ ਕਰਦੇ। ਤੇ ਜਿੱਥੇ ਹੁਣ RTI ਦੀ ਗੱਲ ਆ ਜੀ, RTI ਲੈ ਲੈਂਦੀ ਆ, ਕਈ ਮਹਿਕਮੇ RTI ਦੇ ਦਿੰਦੇ ਆ ਵੀ ਇੱਥੇ ਆਹ ਗਲਤ ਹੋਇਆ, ਜਦੋਂ ਉੱਥੇ ਕਾਰਵਾਈ ਕਰਨ ਦੀ ਗੱਲ ਫੇਰ ਅਫਸਰਾਂ ਕੋਲ ਹੀ ਜਾਂਦੀ ਆ, ਉੱਥੇ ਭਲਾ ਜੜ ਜਾਂਦੇ ਸਾਰੇ, ਉਹ ਕਿਤੇ ਨਹੀਂ ਲੋਕਾਂ ਨੂੰ ਸਾਥ ਦਿੰਦੇ, ਰਾਜ ਗੇੜੇ ਗੁੜੇ ਬਣਾ ਕੇ। ਮੈਂ ਇੱਕ ਵਾਰੀ ਆਪਦੇ ਪਿੰਡ ਦੀ RTI ਗਈ ਸੀ ਗਰੰਟਾਂ ਦੀ, ਤੇ ਮੈਨੂੰ ਲੱਛਣ ਜਾਪਦਾ ਵੀ ਮੇਰਾ ਉਹਨਾਂ ਨੇ ਬਲਾਕ ਦੇ ਵਿੱਚ ਜੋਰ ਲਵਾਤਾ। ਦੇਖੋ ਪਹਿਲਾਂ ਇਹਨਾਂ ਨੇ ਸਵਾਗਤ ਕੀਤਾ ਜਦੋਂ ਆਈ ਸੀ, ਤੇ ਇਹੀ ਫਿਰ RTI ਤੋਂ ਡਰ ਗਏ ਜੀ। ਦੇਖੋ ਜਦੋਂ ਕਰੋਨਾ ਦੇ ਵਿੱਚ PM ਨੇ ਫੰਡ ਰੱਖਿਆ ਆਪਣੇ ਵਾਸਤੇ, ਉਹ ਕਹਿੰਦਾ RTI ਘੇਰੇ ਤੋਂ ਬਾਹਰ ਕਿਉਂ ਭਾਈ? ਲੋਕਾਂ ਨੇ ਪੈਸਾ ਤੈਨੂੰ ਦਾਨ ਕੀਤਾ, ਘੇਰੇ ਤੋਂ ਬਾਹਰ ਕਿਉਂ ਬਈ? ਇਹ ਸਾਰੇ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਇਹ ਢਿੱਡੋਂ ਬੇਈਮਾਨ ਨੇ, ਇਹ ਕੋਈ ਭਲਾ ਭੁਲਾ ਨਹੀਂ ਕਰ ਰਿਹਾ ਜਨਤਾ ਦਾ, ਇਹਨਾਂ ਨੇ ਜਨਤਾ ਦਾ ਬੇਵਕੂਫ ਬਣਾਉਣਾ ਹੁੰਦਾ ਜੀ। ਦੇਖੋ ਇਲੈਕਸ਼ਨ ਇੱਕ ਦਿਨ 'ਚ ਵੀ ਹੋ ਸਕਦੀ ਸਾਰੇ ਇੰਡੀਆ ਦੀ, ਪਰ ਉਹਨੂੰ 1.5 ਮਹੀਨਾ ਲੰਬਾ ਲਿਆ ਜਾਂਦਾ ਵੀ ਤਾਂ ਕਿ ਘਰ ਘਰ ਜਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ। ਜੇ ਇੱਕੋ ਵਾਰੀ ਇਲੈਕਸ਼ਨ ਹੋਵੇ ਨਾ ਤਾਂ ਹਰ ਵਾਰੀ ਸਰਕਾਰ ਬਦਲੇ ਜੀ।
नमस्कार, अस्सलामुअलैकुम, सत श्री अकाल। मैं हाँ कंवर संधू। इस वे नॉर्थ अमेरिका है बुधवार की शाम, भारत वीरवार की सवेर, नानकशाही संमत 555 सौण की 12 तरीक है और तुसी देख रहे जे तुहाडा अपना शो हैलो ग्लोबल पंजाब। ये शो ग्लोबल पंजाब टीवी ते चैनल पंजाबी इन्हां दोवां चैनलों पर इस वे लाइव है। असीं इस वे ग्लोबल पंजाब टीवी के फेसबुक पेज के उपर भी लाइव है और उन्होंने मेरे पर्सनल निजी जिहड़ा फेसबुक पेज है उत्थे क्रॉस पोस्ट भी किया जा रहा। OTT प्लेटफॉर्म जियो टीवी ते डेली हंट उपर भी इस प्रोग्राम में तुसीं देख सकते जे। कॉल इन शो आ, तुसीं कॉल कर सकते जे और कॉल करने वास्ते 2 नंबर्स ने, एक इंडिया का नंबर आ, एक टोल फ्री नंबर आ। दोवें नंबर्स तुहाडी स्क्रीन के उपर शो दौरान डिस्पले होणगे। तुसीं फेसबुक ते कॉमेंट्स भी पोस्ट कर सकते जे और साडी गुजारिश है कि अज वाले मसले के उपर ही अपनी टिप्पणी करो, भावें तुसीं कॉल करके टिप्पणी करो या फिर फेसबुक के उपर अपने कॉमेंट्स छड्डो। अज आपां बहुत दिलचस्प मसले ते गल करनी आ। गल करांगे मुल्क दियां देश दियां सियासी पार्टियां दी ते उन्हां बारे सूचना दी। कल सुप्रीम कोर्ट दे विच एक बहुत ही दिलचस्प मसला सामने आया। कुछ पटीशनस फाइल होईयां PIL पब्लिक इंटरस्ट लिटिगेशन, जनहित पटीशन, जिहदे च मंग की गई कि जिहड़ियां मुल्क दियां सियासी पार्टियां वा उन्हां नूं राइट टू इन्फॉर्मेशन RTI एक्ट के आधार लियाउणा चाहीदा वा तां कि उन्हां बारे लोग सूचना लै सकन। फंडिंग कितनी आ रही है, जिहड़े वोटर्स जिहड़े उम्मीदवार की सिलैक्शन किवें करदे ने और चोणां दे विच की प्रोसैस वो फॉलो करदे आ। उस तो बाद उन्हां दी इंटरनल फंक्शनिंग जिहड़ी लोकतंत्र है, उन्हां दी जमहूरीयत है, अपनी पार्टी की इनर फंक्शनिंग उहदे च फैसले किवें लै जांदे ने। इस मसले के उपर कुछ पार्टियां ने अपना स्टैंड भी क्लीयर किया, लेकिन ये मसला जिहड़ा वा होना पूरा सुनिया नहीं जा सकिया क्योंकि सोलिसिटर जनरल मुल्क के जिहड़े ने वो कोर्ट दे विच हाज़र नहीं सन। हुण ये मसला 1 अगस्त नूं दोबारा सुनिया जाऊगा, पर इस मसले ते बहुत सारिया सियासी पार्टियां ने अपना स्टैंड हाली क्लीयर नहीं किया, पर कुछ पार्टियां ने इसका विरोध किया वा कि सियासी पार्टियां RTI थले नहीं होनी चाहिए। केंद्र ने भी इस गल का विरोध किया वा, लेकिन ये मसला जिहड़ा वा ये उदों का भखिया होया वा जदों तो सेंट्रल इन्फॉर्मेशन कमिशन, केंद्री इन्फॉर्मेशन कमिशन, जानकारी कमिशन ने 2013 दे विच फैसला किया सी कि सियासी पार्टियां RTI दे थले हन और सियासी पार्टियां नूं अपने बारे जानकारी देनी जिहड़ी आ वो लाजमी है। लेकिन इहदे ते हाली तक कोई कानून नहीं बनया। सो अज आपां गल करांगे कि की सियासी पार्टियां जिहड़ियां वा वो RTI थले होणियां चाहीदियां वा, कि लोकां नूं उन्हां बारे जानकारी लैण दा पूरा अधिकार होना चाहिए वा। इहदे ते गलबात करांगे। कल जिस वेले ये मसला सामने आया तो एसोसीएशन फॉर डेमोक्रेटिक राइट्स वालों, एसोसीएशन फॉर डेमोक्रेटिक रिफॉर्म्स वालों प्रशांत भूषण ने आर्ग्यू किया। एक होर पटीशन फाइल की हुई है अश्विनी उपाध्याय ने, RTI एक्टिविस्ट ने, BJP के लीडर ने। उन्होंने आर्ग्यू किया कि सियासी पार्टियां नूं लोकां तो कंपनियां तो फंडिंग आउंदी है तो इस करके एक पब्लिक अथॉरिटी है और ये बारे जानकारी जिहड़ी है लोकां दा लैण दा अधिकार है। उन्हें यह भी कहा कि पार्टियां नूं बहुत सारियां सहूलतां सरकार वालों मिलदियां, जे सरकार वालों सहूलतां मिलदियां वा तो इन्हां बारे लोग जानकारी क्यों नहीं लै सकते। जिहड़ा उन्हां दी इंटरनल फंक्शनिंग दा सिस्टम है, प्रोसैस है, उहदे बारे लोग जानकारी क्यों नहीं लेंदे। सो कई मसले कोर्ट के सामने आए, लेकिन बहुतियां सियासी पार्टियां ने तो अपना स्टैंड नहीं क्लीयर किया, पर कुछ सियासी पार्टियां ने जिन्होंने स्टैंड क्लीयर किया उन्होंने मोरलेस इसका विरोध ही किया। केंद्र ने इसका विरोध किया और नाल CPM ने किया, कम्यूनिस्ट पार्टी मार्क्सिस्ट ने किया। उन्होंने कहा कि जे तो फंडिंग बारे जानकारी लैनी है वो तो RTI थले होनी चाहिए है, वो तो जानकारी जी है वो सिस्टम पारदर्शी होना चाहिए वा, जनतक वो जानकारी होनी चाहिए। लेकिन कैंडीडेट्स की सिलैक्शन किवें हुंदी है वगैरह वगैरह ये मसले जिहड़े ने इन्हां ते RTI नहीं लगनी चाहिए। ये CPM का विचार है। केंद्र ने भी इस गल का विरोध किया। तुहाडा की विचार है ये बारे आपां अज गलबात करांगे। RTI एक्ट जिहड़ी है 2005 दे विच होनी चाहिए सी और केंद्र तो इलावा सब तो पहली स्टेट जिथे लागू हुई वो सी तमिलनाडु और इस RTI मुल्क दे विच लागू उस वेले हुई जिस वेले एक संस्था सी मजदूर किसान शक्ति संगठन, अरुणा राय उहदे फाउंडर सन। उन्होंने कहा कि मुल्क दी जिन्नियां पब्लिक अथॉरिटीज़ आ उन्हां बारे जानकारी
ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਉਦੋਂ ਤੋਂ ਫਿਰ ਇਹ RTI ਐਕਟ ਬਣਿਆ 2005 ਦੇ ਵਿੱਚ ਲਾਗੂ ਹੋਇਆ ਔਰ ਇਹਦੇ ਥੱਲੇ ਕੋਈ ਵੀ ਜਿਹੜੀ ਪਬਲਿਕ ਅਥਾਰਟੀ ਹੈ, ਸਰਕਾਰੀ ਅਦਾਰੇ ਆ, ਉਹਨਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ, ਲੋਕਾਂ ਨੂੰ ਅਧਿਕਾਰ ਆ। ਲੇਕਿਨ ਸੁਰੱਖਿਆ ਤੇ ਡਿਫੈਂਸ ਦੇ ਮਸਲੇ ਜਿਹੜੇ ਨੇ ਉਹਨਾਂ ਬਾਰੇ ਜਾਣਕਾਰੀ ਲੋਕ ਨਹੀਂ ਲੈ ਸਕਦੇ ਕਿਉਂਕਿ ਉਹਦੇ 'ਚ ਮੁਲਕ ਦੀ ਸੁਰੱਖਿਆ ਦਾ ਮਸਲਾ ਵਾ। ਉਸ ਤੋਂ ਇਲਾਵਾ ਸਰਕਾਰ ਤੋਂ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਜੇ ਕੁਝ ਮਸਲਿਆਂ ਨੂੰ ਛੱਡ ਕੇ, ਪਰ ਕੀ ਸਿਆਸੀ ਪਾਰਟੀਆਂ RTI ਐਕਟ ਦੇ ਥੱਲੇ ਹੋਣੀ ਚਾਹੀਦੀਆਂ? ਇਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ। ਦੇਖਦੇ ਹਾਂ ਸਾਡੇ ਪਹਿਲੇ ਕਾਲਰ ਇਸ ਮਸਲੇ 'ਤੇ ਕੀ ਕਹਿਣਾ ਚਾਹੁੰਦੇ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ। ਹਰ ਇੱਕ ਦੇ ਇਨਕੁਆਰੀ ਹੋਣੀ ਚਾਹੀਦੀ, ਹਰ ਇੱਕ ਇਨਕੁਆਰੀ ਥੱਲੇ ਹੋਣੀ ਚਾਹੀਦੀ, ਹਰ ਇੱਕ ਦੇ ਸਕੰਜਾ ਕੱਸਣਾ ਚਾਹੀਦਾ। ਖਾਸ ਕਰਕੇ ਇਹਨਾਂ ਲੋਕਾਂ ਦੇ ਵੱਧ ਸਮਝਦੇ ਕਿਉਂਕਿ ਕਸਮਾਂ ਕੁਝ ਹੋਰ ਖਾਂਦੇ ਨੇ ਤਾਂ ਕੁਝ ਕਰਦੇ ਕੁਝ ਹੋਰ ਹਨ। ਧੰਨਵਾਦ। ਸੋ ਪਿਆਰਾ ਸਿੰਘ ਦਾ ਵਿਚਾਰ ਆ ਕਿ ਇਹ ਜਾਣਕਾਰੀ ਜਿਹੜੀ ਹੈ ਜਨਤਕ ਹੋਣੀ ਚਾਹੀਦੀ ਆ, ਸਿਆਸੀ ਪਾਰਟੀਆਂ RTI ਐਕਟ ਦੇ ਥੱਲੇ ਹੋਣੀਆਂ ਚਾਹੀਦੀਆਂ, ਇਹ ਉਹਨਾਂ ਦਾ ਵਿਚਾਰ ਹੈ। ਮੀਨਵਾਈਲ ਪ੍ਰਗਟ ਸਿੰਘ ਬੱਲ, ਰਾਜਵੀਰ ਚੀਮਾ, ਜਸਵਿੰਦਰ ਸਿੰਘ ਤੇ ਸਿੰਘ ਸਰਾਂ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਕਹਿ ਰਹੇ ਨੇ। ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਨਾਲ ਜੁੜੇ ਪਰ ਕਿਸੇ ਨੇ ਹਾਲੇ ਤੱਕ ਟਿੱਪਣੀ ਨਹੀਂ ਕੀਤੀ, ਕੋਈ ਵਿਚਾਰ ਸਾਂਝਾ ਨਹੀਂ ਕੀਤਾ ਅੱਜ ਦੇ ਮਸਲੇ ਤੇ ਕਿ ਕੀ ਸਿਆਸੀ ਪਾਰਟੀਆਂ ਜਿਹੜੀਆਂ ਵਾ ਉਹ RTI ਐਕਟ, ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਹੋਣੀਆਂ ਚਾਹੀਦੀਆਂ ਜਾਂ ਨਹੀਂ। ਵਿਲ ਟੇਕ ਦੀ ਨੈਕਸਟ ਕਾਲ। ਹਾਲੀ ਸ਼ਾਇਦ ਅਗਲੀ ਕਾਲ ਜਿਹੜੀ ਆ ਉਹ ਨਹੀਂ ਆਈ। ਉਹਨੇ ਚਿਰ ਤੱਕ ਮੈਂ ਬੈਕਗਰਾਊਂਡ ਦੱਸ ਦੇਵਾਂ ਕਿ ਇਹ ਮਸਲਾ ਹੈ ਕਾਫੀ ਦੇਰ ਤੋਂ ਚੱਲ ਰਿਹਾ ਵਾ। 2013 ਦੇ ਵਿੱਚ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੇ ਇਹਦੇ ਉੱਪਰ ਇੱਕ ਫੈਸਲਾ ਦਿੱਤਾ ਸੀ ਕਿ ਉਹਨਾਂ ਨੇ 6 ਪਾਰਟੀਆਂ ਨੂੰ ਹਦਾਇਤ ਦਿੱਤੀ ਜਿਹੜੀਆਂ ਨੈਸ਼ਨਲ ਪਾਰਟੀਜ਼ ਆ ਕਿ ਇਹ ਪਾਰਟੀਆਂ ਜਿਹੜੀਆਂ ਵਾ ਇਹ ਪਬਲਿਕ ਅਥਾਰਟੀ ਨੇ। ਜੇ ਉਹ ਪਬਲਿਕ ਅਥਾਰਟੀ ਹਨ ਤਾਂ ਉਹਨਾਂ ਬਾਰੇ ਲੋਕ ਜਾਣਕਾਰੀ ਲੈ ਸਕਦੇ ਆ। ਉਹਨਾਂ ਨੂੰ ਫੰਡਿੰਗ ਕਿਵੇਂ ਆਉਂਦੀ ਹੈ, ਉਹਨਾਂ ਨੂੰ ਸਰਕਾਰ ਵੱਲੋਂ ਫੈਸਿਲਿਟੀਜ਼ ਕੀ ਮਿਲਦੀਆਂ ਵਾ, ਉਹ ਆਪਣਾ ਇੰਟਰਨਲ ਡੈਮੋਕ੍ਰੇਸੀ ਦਾ ਮੀਟਿੰਗਾਂ ਦੇ ਵਿੱਚ ਕੀ ਫੈਸਲੇ ਲੈਂਦੇ ਆ, ਕੈਂਡੀਡੇਟਸ ਦੀ ਸਿਲੈਕਸ਼ਨ ਕਿਵੇਂ ਹੁੰਦੀ ਹੈ। ਇਹ ਮਸਲਾ ਇਸ ਕਰਕੇ ਵੀ ਇੰਪੋਰਟੈਂਟ ਆ ਕਿਉਂਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਉੱਪਰ ਇਲਜ਼ਾਮ ਲੱਗਦਾ ਵਾ ਕਿ ਉਹ ਚੋਣਾਂ ਵੇਲੇ ਜਦੋਂ ਕੈਂਡੀਡੇਟਸ ਦੀ ਸਿਲੈਕਸ਼ਨ ਕਰਦੇ ਆ ਪੈਸੇ ਲੈ ਕੇ ਉਹ ਸਿਲੈਕਸ਼ਨ ਕਰਦੇ ਆ। ਬੜਾ ਗੰਭੀਰ ਮਸਲਾ ਵਾ। ਆਮ ਆਦਮੀ ਪਾਰਟੀ ਤੇ ਵੀ ਇਲਜ਼ਾਮ ਲੱਗਦਾ ਰਿਹਾ, ਬਾਕੀ ਪਾਰਟੀਆਂ ਤੇ ਵੀ ਇਲਜ਼ਾਮ ਲੱਗਦਾ ਵਾ ਔਰ ਇਹ ਵੀ ਮੰਨਿਆ ਗਿਆ ਵਾ ਔਰ ਇਹ ਵੀ ਇੱਕ ਹਕੀਕਤ ਆ ਕਿ ਇਲੈਕਸ਼ਨਾਂ ਵੇਲੇ ਜੋ ਵੀ ਖਰਚਾ ਇੱਕ ਕੈਂਡੀਡੇਟ ਕਰਦਾ ਵਾ, ਇੰਡੀਵਿਜੂਅਲ ਉਮੀਦਵਾਰ ਕਰਦਾ ਵਾ, ਉਹਦੇ ਤੇ RTI ਲੱਗਦੀ ਆ ਔਰ ਉਹਦੇ ਤੇ ਇਲੈਕਸ਼ਨ ਕਮਿਸ਼ਨ ਨਿਗਾਹ ਵੀ ਰੱਖਦਾ ਵਾ। ਉਹਦੇ ਤੇ ਇਲੈਕਸ਼ਨ ਕਮਿਸ਼ਨ ਨਿਗਾਹ ਵੀ ਰੱਖਦਾ ਵਾ ਕਿਉਂਕਿ ਪਾਬੰਦੀ ਹੁੰਦੀ ਆ। ਲੋਕ ਸਭਾ ਇਲੈਕਸ਼ਨ ਦੇ ਵਿੱਚ ਪਹਿਲਾਂ 70 ਲੱਖ ਦੀ ਲਿਮਿਟ ਸੀ, ਹੁਣ ਸ਼ਾਇਦ 90 ਲੱਖ ਦੀ ਲਿਮਿਟ ਹੋ ਗਈ ਆ ਔਰ ਇਸੇ ਤਰ੍ਹਾਂ ਹੀ ਪਹਿਲਾਂ 27-28 ਲੱਖ ਦੀ ਲਿਮਿਟ ਸੀਗੀ ਵਿਧਾਨ ਸਭਾ ਵਾਸਤੇ, ਹੁਣ ਉਹ ਸ਼ਾਇਦ ਵਧਾ ਕੇ ਸ਼ਾਇਦ 50 ਲੱਖ ਹੋ ਗਈ ਆ। ਸੋ ਲੇਕਿਨ ਪਾਰਟੀਆਂ ਦੇ ਉੱਤੇ ਪਾਰਟੀਆਂ ਕੀ ਖਰਚ ਕਰਦੀਆਂ, ਪਾਰਟੀਆਂ ਟੋਟਲ ਇਲੈਕਸ਼ਨ ਦੇ ਉੱਤੇ ਕਿੰਨਾ ਖਰਚ ਕਰਦੀਆਂ, ਉਹਦੇ ਤੇ ਇਲੈਕਸ਼ਨ ਕਮਿਸ਼ਨ ਦਾ ਕੋਈ ਕੰਟਰੋਲ ਨਹੀਂ, ਨਾ ਹੀ ਉਹਦੇ ਤੇ ਕੋਈ ਪਾਬੰਦੀ, ਕੋਈ ਲਿਮਿਟ ਰੱਖੀ ਗਈ ਹੈ। ਸੋ ਕੀ ਉਹਦੇ ਤੇ ਵੀ ਲਿਮਿਟ ਹੋਣੀ ਚਾਹੀਦੀ ਹੈ ਵੀ ਪਾਰਟੀਆਂ ਦਾ ਜਾਂ ਖਰਚ ਹੈ ਜਿਹੜਾ ਉਹ ਕਿੰਨਾ ਹੋਵੇ ਤੇ ਕਿੰਨਾ ਨਾ ਹੋਵੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਹਾਂਜੀ ਸੰਧੂ ਸਾਹਿਬ, ਪ੍ਰੇਮ ਸਿੰਘ ਦਿਓਲ ਮਤਲਬ ਬੈਨਕੋਟ ਤੋਂ ਅਰਜ਼ ਕਰਦੇ ਹਾਂ। ਹਾਂਜੀ ਪ੍ਰੇਮ ਸਿੰਘ ਦਿਓਲ ਜੀ, ਸਵਾਗਤ ਹੈ ਜੀ। ਹਾਂਜੀ ਸਰ, ਰਿਕੁਐਸਟ ਇਹ ਆ ਵੀ ਆਪਣੇ ਮੇਰੀ ਫਸਟ ਪ੍ਰੈਫਰੈਂਸ ਤਾਂ ਇਹ ਆ ਵੀ ਆਪਣੇ ਨਿਤਿਸ਼ ਕੁਮਾਰ ਵੀ ਆਪਣੇ ਜਿਹੜੇ ਅਗਲੇ ਮਤਲਬ ਪ੍ਰਾਈਮ ਮਿਨਿਸਟਰ ਹੋਣੇ ਚਾਹੀਦੇ ਆ। ਅੱਛਾ। ਤੇ ਇਹ ਸਾਰੇ ਹਾਂਜੀ ਤੇ ਚਲੋ ਵੀ ਜੇ ਨਹੀਂ ਇਨ ਕੇਸ ਖੜਗੇ ਸਾਹਿਬ ਵੀ ਮਤਲਬ ਬਹੁਤ ਵਧੀਆ ਵੀ ਇਹਨਾਂ ਨੂੰ ਮਤਲਬ ਸਰ ਹੁਣ ਮਤਲਬ ਤੁਸੀਂ ਅੱਜ ਦੀ ਗੱਲ ਨੋਟ ਕਰ ਲਓ ਸਰ। ਮਤਲਬ ਇਹ ਮੋਦੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਪਰ ਹੁਣ ਇੱਥੇ ਕਹਿੰਦਾ ਬਾਹਰਲੇ ਕੰਟਰੀ ਜਿਹੜਾ ਇਹਨੇ ਮਨੀਪੁਰ ਚ ਕਰਿਆ ਇਹਨਾਂ ਦਾ ਮਤਲਬ ਸਮਝ ਲਓ ਵੀ ਡੈਡ ਐਂਡ ਹੋ ਗਿਆ ਸਰ ਇਹ। ਹਾਂਜੀ ਇੱਥੇ ਮਤਲਬ ਪਰ ਹੁਣ ਬਈ ਫੇਰ ਇਲੈਕਸ਼ਨ ਮਤਲਬ ਬਈ ਹੋਣੀ ਚਾਹੀਦੀ ਹੈ। ਜੇ ਕੋਈ ਇਹ ਵੀ ਮਤਲਬ ਹੇਰਾ ਫੇਰੀ ਕਰੀ ਫੇਰ ਤਾਂ ਮਤਲਬ ਮੋਦੀ ਆਊਗਾ ਹੀ ਹਨਾ। ਪਰ ਹੁਣ ਇਹਨਾਂ ਨੂੰ ਸਰ ਵੀ ਆਪਣੇ ਬਈ ਇਹੀ ਆ ਵੀ ਅਬਜ਼ਰਵ ਇਹਨਾਂ ਨੂੰ ਆਪਣੇ ਜਿਹੜੇ ਕ੍ਰਿਸਚੀਅਨ ਮਤਲਬ ਬਾਹਰਲੇ ਕੰਟਰੀ ਆ ਉਹਨਾਂ ਨੂੰ ਮਤਲਬ ਭੇਜਣੇ ਚਾਹੀਦੇ ਆ ਸੰਧੂ ਸਾਹਿਬ। ਨਹੀਂ ਮਿਹਰਬਾਨੀ ਭਾਈ ਸਾਹਿਬ, ਪਰ ਅੱਜ ਵਾਲੇ ਮਸਲੇ ਤੇ ਕੀ ਕਹੋਗੇ ਤੁਸੀਂ? ਚਲੋ ਤੁਹਾਡੀ ਪ੍ਰੈਫਰੈਂਸ ਆ ਕਿ ਜਿਹੜੀ NDA ਸਰਕਾਰ ਨਹੀਂ ਬਣਨੀ ਚਾਹੀਦੀ, ਭਾਜਪਾ ਸੱਤਾ 'ਚ ਨਹੀਂ ਆਉਣੀ ਚਾਹੀਦੀ,
ਵਿਰੋਧੀ ਧਿਰ ਆਉਣੇ ਚਾਹੀਦੇ ਨੇ ਔਰ ਉਹਨਾਂ ਦੇ ਵਿੱਚੋਂ ਨਿਤਿਸ਼ ਕੁਮਾਰ ਤੁਹਾਡਾ ਚੋਇਸ ਹੈ ਪ੍ਰਾਈਮ ਮਿਨਿਸਟਰ ਦਾ। ਉਹ ਇੱਕ ਮਸਲਾ ਵੱਖਰਾ ਵਾ। ਅੱਜ ਮਸਲਾ ਇਹ ਵਾ ਵੀ ਸਿਆਸੀ ਪਾਰਟੀਆਂ ਜਿਹੜੀਆਂ ਵਾ ਇਹਨਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਲੈਣ ਦਾ ਅਧਿਕਾਰ ਹੋਣਾ ਚਾਹੀਦਾ ਵਾ। ਕੀ ਸਿਆਸੀ ਪਾਰਟੀਆਂ RTI ਐਕਟ ਦੇ ਅਧੀਨ ਹੋਣੀਆਂ ਚਾਹੀਦੀਆਂ ਵਾ? ਇਹਦੇ ਤੇ ਕੀ ਕਹੋਗੇ? ਸਰ ਹੋਣੀ ਚਾਹੀਦੀਆਂ। ਕਿਉਂ ਨਹੀਂ? ਜਦੋਂ ਉਹਨਾਂ ਨੂੰ ਮਤਲਬ ਆਪਣੇ ਆਮ ਜਿਹੜੇ ਟੈਕਸ ਪੇਅਰ ਨੇ ਸਾਰਾ ਕੁਝ ਇਹ ਪਬਲਿਕ ਮਤਲਬ ਹੈਗੇ ਉਹਨਾਂ ਨੂੰ ਕਿਉਂ ਨਹੀਂ ਹੋਣਾ ਚਾਹੀਦਾ? ਸਾਰਾ ਕੁਝ ਹੋਣਾ ਚਾਹੀਦਾ। ਸੰਧੂ ਸਾਹਿਬ ਮਿਹਰਬਾਨੀ, ਥੈਂਕ ਯੂ। ਦਿਓਲ ਸਾਹਿਬ ਦਾ ਵਿਚਾਰ ਆ ਕਿ ਸਿਆਸੀ ਪਾਰਟੀਆਂ ਵੀ RTI ਐਕਟ ਦੇ ਥੱਲੇ ਆਉਣੀਆਂ ਚਾਹੀਦੀਆਂ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰ ਸਿੰਘ ਜੀ। ਹਾਂਜੀ ਸੰਧੂ ਸਾਹਿਬ, ਰਾਈਟ ਟੂ ਇਨਫੋਰਮੇਸ਼ਨ ਐਕਟ ਜਦੋਂ ਪਾਸ ਹੋਇਆ 2005 ਦੇ ਵਿੱਚ, ਰਾਈਟ? ਹਾਂਜੀ। ਤੇ ਉਦੋਂ ਕੋਈ ਇਹਦੇ ਚ ਕਲੌਜ਼ ਨਹੀਂ ਰੱਖੀ ਗਈ ਵੀ ਇਹ ਸਿਆਸੀ ਪਾਰਟੀਆਂ ਦੇ ਅੰਡਰ ਆਉਂਦੀਆਂ, ਉਹਨਾਂ ਦਾ ਹੋ ਸਕਦਾ? ਨਹੀਂ, ਉੱਥੇ ਕਲੌਜ਼ ਇਹ ਸੀ ਵੀ ਜਿਹੜੀ ਵੀ ਪਬਲਿਕ ਅਥਾਰਟੀ ਆ, ਕੋਈ ਵੀ ਜਿਹੜੀ ਪਬਲਿਕ ਅਥਾਰਟੀ ਆ, ਉਹ RTI ਐਕਟ ਦੇ ਅਧੀਨ ਹੋਊਗੀ। ਸੋ ਉਸ ਵੇਲੇ ਇਹ ਡਿਫਾਈਨ ਕੀਤਾ ਗਿਆ ਵੀ ਕੁਝ ਪਬਲਿਕ ਅਥਾਰਟੀ ਜਿਵੇਂ ਸਰਕਾਰੀ ਅਦਾਰੇ ਜਿਹੜੇ ਨੇ ਉਹ ਕਿਹੜੇ ਸਰਕਾਰੀ ਅਦਾਰੇ ਜਿਹੜੇ ਪਬਲਿਕ ਅਥਾਰਟੀ ਦੇ ਥੱਲੇ ਨੇ। ਲੇਕਿਨ ਸਿਆਸੀ ਪਾਰਟੀਆਂ ਜਿਹੜੀਆਂ ਵਾ ਇਸ ਤਰ੍ਹਾਂ ਉਹਦੇ ਲਿਸਟ ਦੇ ਵਿੱਚ ਸਿਆਸੀ ਪਾਰਟੀਆਂ ਦਾ ਨਾਂ ਨਹੀਂ ਪਬਲਿਕ ਅਥਾਰਟੀ ਦੇ ਵਿੱਚ। ਲੇਕਿਨ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਕਿਹਾ ਜੀ ਵੀ ਇਹ ਹਰ ਤਰੀਕੇ ਨਾਲ ਪਬਲਿਕ ਅਥਾਰਟੀ ਆ, ਕਿਉਂਕਿ ਇਹਨਾਂ ਲੋਕਾਂ ਨੂੰ ਲੋਕੀ ਫੰਡਿੰਗ ਦਿੰਦੇ ਆ ਔਰ ਜਿਹੜੇ ਫੰਡਿੰਗ ਦਿੰਦੇ ਆ ਉਹਨਾਂ ਨੂੰ ਇਨਕਮ ਟੈਕਸ ਦੀ ਐਗਜ਼ੈਂਪਸ਼ਨ ਵੀ ਹੁੰਦੀ ਆ, ਛੋਟ ਹੁੰਦੀ ਹੈ ਇਨਕਮ ਟੈਕਸ ਦੀ। ਇਹਨਾਂ ਨੂੰ ਬਹੁਤ ਸਾਰੀਆਂ ਫੈਸਿਲਿਟੀਜ਼ ਵੀ ਮਿਲਦੀਆਂ, ਕਈ ਵਾਰ ਸਰਕਾਰੀ ਦਫ਼ਤਰ ਬਣਾਉਣ ਵਾਸਤੇ ਸਰਕਾਰੀ ਕੋਠੀਆਂ ਵੀ ਮਿਲਦੀਆਂ ਇਹਨਾਂ ਨੂੰ। ਜੇ ਇੰਨਾ ਕੁਝ ਮਿਲਦਾ ਇਹਨਾਂ ਨੂੰ, ਸਰਕਾਰੀ ਸਹੂਲਤਾਂ ਮਿਲਦੀਆਂ ਵਾ, ਤੇ ਫਿਰ ਇਹ ਪਬਲਿਕ ਅਥਾਰਟੀ ਹੋ ਗਏ। ਔਰ ਜੇ ਪਬਲਿਕ ਅਥਾਰਟੀ ਹੈ ਸਿਆਸੀ ਪਾਰਟੀਆਂ, ਕਿਉਂਕਿ ਇਹ ਪਬਲਿਕ ਅਥਾਰਟੀ ਇਸ ਕਰਕੇ ਵੀ ਆ ਕਿ ਸਿਆਸੀ ਪਾਰਟੀਆਂ ਦੇ ਵਿੱਚੋਂ ਇੱਕ ਸੱਤਾ ਧਿਰ ਹੁੰਦੀ ਹੈ, ਇੱਕ ਵਿਰੋਧੀ ਧਿਰ ਹੁੰਦਾ, ਔਰ ਦੋਵਾਂ ਨੂੰ ਹੀ ਕੁਝ ਫੈਸਿਲਿਟੀਜ਼ ਮਿਲਦੀਆਂ ਵਾ ਜੀ। ਠੀਕ ਹੈ, ਤੇ ਫਿਰ ਤਾਂ ਰਾਈਟ ਇਨਫੋਰਮੇਸ਼ਨ ਫਿਰ ਹੋਣਾ ਚਾਹੀਦਾ, ਇਹ ਵੀ ਇਸ ਘਰੇ ਚ ਆਉਣੇ ਚਾਹੀਦੇ ਆ, ਕਿਉਂਕਿ ਲੋਕਾਂ 'ਚ ਪਬਲਿਕ ਫਿਗਰ 'ਚ ਆ ਜਾਂਦੇ ਨਾ ਫਿਰ ਤਾਂ ਇਹ। ਫਿਰ ਇਹਦਾ ਮਤਲਬ ਵੀ ਇਹ ਫਾਇਦਾ ਲੈ ਜਾਂਦੇ ਆ। ਜਿਵੇਂ ਆਪਾਂ ਦੇਖਿਆ ਵੀ ਕਈ ਬਹੁਤ ਵੱਡੇ ਸੈਲੀਬ੍ਰਿਟੀ ਜਾਂ ਦੂਜੇ ਘਰਾਣੇ ਉਹ ਇਨਕਮ ਟੈਕਸ ਕੋਲ ਬਚ ਜਾਂਦੇ, ਇਹਦਾ ਮਤਲਬ ਉਹ ਫਿਰ ਫੰਡ ਉਹਨਾਂ ਤੋਂ ਆਉਂਦਾ ਹੈ। ਤੇ ਦੂਜਾ ਮੈਂ ਕਹੂੰਗਾ ਕਿੰਨਾ ਵਾਦ ਚੱਲਦਾ ਪਿੱਛੇ 2017 'ਚ, ਆਪਾਂ ਜਿਹੜਾ ਲੈ ਲਓ ਤੁਸੀਂ ਆਪ, ਕਿੰਨਾ ਰੌਲਾ ਪਿਆ ਵੀ ਫੰਡ ਗਿਆ, ਕਿਸ ਦਾ ਹਿਸਾਬ ਕਿਤਾਬ ਨਹੀਂ ਆਇਆ। 2017 ਤੋਂ ਲੈ ਲਓ, ਮੈਂ ਨਹੀਂ ਕਹਿੰਦਾ ਇਕੱਲੀ ਆਪ ਹੈ, ਦੂਜੇ ਵੀ ਪਾਰਟੀਆਂ ਹੈਗੀਆਂ ਹੀ ਆ। ਆਪਾਂ ਦੇਖਦੇ ਹਾਂ ਵੀ ਇਹ ਕਿੰਨਾ ਮਹਿੰਗੇ ਚੋਣਾਂ ਲੜ ਕੇ ਕੀ ਇੱਕ MLA ਦਾ ਖਣੀ ਕਿੰਨਾ ਰੱਖਿਆ ਜਾਂਦਾ, ਸਾਨੂੰ ਸਾਹਿਬ ਨੂੰ ਯਾਦ ਨਹੀਂ, 58 ਲੱਖ ਜਾਂ ਵੜੇਵਰ, ਕੀ ਵਾਕਿਆ ਹੀ ਉਹਨੇ ਪੈਸੇ ਸਰ ਜਾਂਦਾ? ਮਤਲਬ ਵੀ ਕਿਹੜੇ ਉਹ ਚੋਰ ਮੋਰੀਆਂ ਰੱਖ ਕੇ ਤੇ ਫਿਰ ਵੀ ਖਰਚੇ ਕਰ ਜਾਂਦੇ ਆ। ਤੇ ਜਿਹੜੇ ਇੱਕ ਫਿਰ ਇਹਦੇ ਨਾਲ ਮਤਲਬ ਬੜਾਵਾ ਤਾਂ ਇਹੀ ਮਿਲਦਾ ਨਾ ਵੀ ਜਿੰਨਾ ਲੋਕਾਂ ਕੋਲੇ ਪੈਸੇ ਹੈਗੇ ਚੋਣ ਉਹੀ ਲੜ ਜਾਂਦੇ ਆ, ਜਿਹੜਾ ਸਧਾਰਨ ਬੰਦਾ ਉਹ ਵਾਂਝਾ ਰਹਿ ਜਾਂਦਾ। ਜੇ ਪੂਰੀ ਸਖਤਾਈ ਹੋਵੇ ਵਾਕਿਆ ਹੀ ਪੈਸਾ ਵੀ ਉਹ ਇੰਨਾ ਤੇ ਉਹਦੀ ਸਾਰੀ ਫੰਡਿੰਗ ਦਾ ਤੇ ਸਾਰਾ ਹੋਵੇ ਵਾਕਿਆ ਹੀ, ਤੇ ਫਿਰ ਮੇਰੇ ਖਿਆਲ ਚੋਣਾਂ 'ਚ ਵੀ ਪਾਰਦਰਸ਼ੀ ਆ ਜੇ, ਲੀਡਰਾਂ 'ਚ ਮਤਲਬ ਜਿਹੜੇ ਕੈਂਡੀਡੇਟ ਚੁਣੇ ਜਾਣ ਤੇ ਉਹ ਵੀ ਘੱਟੋ ਘੱਟ ਜਿਹੜੇ ਸਧਾਰਨ ਹੈ ਉਹ ਆ ਜਾਣ। ਫਿਰ ਇਹਦਾ ਇਹ ਫੰਡ ਲੈ ਕੇ ਸਾਰਾ ਕੁਝ ਲੁਕੋ ਕੇ ਇਹਨਾਂ ਨੂੰ ਪਤਾ ਵੀ ਸਾਡੀ ਰਾਈਟ ਇਨਫੋਰਮੇਸ਼ਨ ਨਹੀਂ ਹੋਣੀ ਲੀਕ, ਤੇ ਇਹ ਆਪਦੀ ਮਨਮਰਜ਼ੀ ਕਰਦੇ ਆ। ਤੇ ਆਪਾਂ ਨੂੰ ਮੇਰੇ ਖਿਆਲ ਸਭ ਪਬਲਿਕ ਨੂੰ ਹੀ ਪਤਾ ਵੀ ਇਹ ਮਤਲਬ ਵੀ ਕਿੰਨਾ ਪੈਸਾ ਖਰਚਿਆ ਜਾਂਦਾ ਹੈਗਾ ਚੋਣਾਂ ਤੇ। ਆਧਾਰਿਤ ਪੈਸਾ ਤਾਂ ਕੋਈ ਵੀ ਨਹੀਂ ਮੇਰੇ ਖਿਆਲ, ਇੱਕ ਸਰਪੰਚ ਨਹੀਂ ਪਿੰਡ ਦਾ ਮੇਰੇ ਖਿਆਲ ਉਹਨੇ ਜਿੱਦਾਂ ਬਣਦਾ ਸਾਰਾ ਮੇਰੇ। ਹਾਂਜੀ, ਸੋ ਸਿਆਸੀ ਪਾਰਟੀਆਂ ਵੀ RTI ਐਕਟ ਦੇ ਥੱਲੇ ਆਉਣੀ ਚਾਹੀਦੀਆਂ, ਇਹ ਸ਼ੇਰ ਸਿੰਘ ਗਿੱਲ ਦਾ ਵਿਚਾਰ ਹੈ। ਅਮਨ ਸਿੰਘ ਕੰਬੋਜ ਦਾ ਕਮੈਂਟ ਆ ਕਿ ਇਹ ਸਾਰੇ ਜਿਹੜੇ ਨੇ ਮੰਨਦੇ ਨੇ, ਡਿਸਐਗਰੀ ਕਰਨ ਦੇ ਬਾਰੇ ਵੀ RTI ਥੱਲੇ ਜਿਹੜੇ ਨੇ ਇਹ RTI ਉੱਪਰ ਸਾਰੇ ਦੇ ਐਗਰੀ ਟੂ ਡਿਸਐਗਰੀ। ਇੱਕ ਪੁਰਾਣੀ ਕਹਾਵਤ ਹੈ ਕਿ ਹਮਾਮ 'ਚ ਸਾਰੇ ਨੰਗੇ ਨੇ, ਆਪ ਸਭ ਤੋਂ ਨਵੀਂ ਆ, ਤੇ ਆਪ ਜਿਹੜੀ ਆ ਉਹਨੇ ਵੀ ਨਹੀਂ ਦੱਸਿਆ ਕਿ ਅਸੀਂ ਰਾਜ ਸਭਾ ਦੇ ਕੈਂਡੀਡੇਟ ਕਿਵੇਂ ਸਿਲੈਕਸ਼ਨ ਕੀਤੀ, ਉਹਨਾਂ ਦੀ ਕਿਵੇਂ ਸਿਲੈਕਸ਼ਨ ਕੀਤੀ ਰਾਜ ਸਭਾ ਦੇ ਮੈਂਬਰਸ ਦੀ, ਔਰ ਉਹਦੇ 'ਚ ਸੁਣਿਆ ਵਾ ਵੀ ਪੈਸਾ ਵੀ ਚੱਲਿਆ। ਅਸਲੀਅਤ ਕੀ ਆ ਇਹਦੇ ਬਾਰੇ ਤੇ ਪਤਾ ਨਹੀਂ। ਅਮਨ ਸਿੰਘ ਕੰਬੋਜ ਦਾ ਇਹ ਵਿਚਾਰ ਆ। ਸੋ ਕਹਿਣ ਦਾ ਭਾਵ ਇਹ ਆ ਕਿ ਇਨਫੈਕਟ ਪਾਰਦਰਸ਼ਤਾ ਦੀ ਲੋੜ ਆ, ਕਿਵੇਂ ਤੁਸੀਂ ਕੈਂਡੀਡੇਟ ਸਿਲੈਕਟ ਕਰਦੇ ਜੇ, ਕਿਵੇਂ ਆਪਣੇ ਕੈਂਡੀਡੇਟਸ ਨੋਮੀਨੇਟ ਕਰਦੇ ਜੇ। ਮੀਨਵਾਈਲ ਮਿਸਕੀ ਗੁਪਤਾ ਦਾ ਵਿਚਾਰ ਆ ਜੋ ਫੇਸਬੁੱਕ ਤੇ ਆਇਆ ਵਾ ਕਿ ਇੱਕ ਪਾਰਟੀ ਹੁੰਦੀ ਸੀ ਜਿਹੜੀ RTI ਦੀ ਗੱਲ ਕਰਦੀ ਸੀ, RTI ਦਾ ਮਸੌਦਾ ਤਿਆਰ ਕਰਨ ਵਿੱਚ ਯੋਗਦਾਨ ਪਾਉਣ ਦਾ ਦਾਅਵਾ ਕੀਤਾ ਹੈ, ਪਰੰਤੂ ਹੁਣ RTI ਦੇਣ ਤੋਂ ਵੀ ਭੱਜ ਰਹੇ ਨੇ। ਮਿਸਕੀ ਗੁਪਤਾ ਸ਼ਾਇਦ ਆਮ ਆਦਮੀ ਪਾਰਟੀ ਬਾਰੇ ਗੱਲ ਕਰ ਰਹੇ ਆ ਕਿ ਜਦੋਂ ਉਹਦੇ ਬਾਰੇ RTI ਇਨਫੋਰਮੇਸ਼ਨ ਮੰਗੀ ਦੀ ਹੈ ਸਰਕਾਰ ਬਾਰੇ, ਪਾਰਟੀ ਬਾਰੇ ਨਹੀਂ, ਸਰਕਾਰ ਬਾਰੇ, ਵੀ ਇਸ ਫੰਕਸ਼ਨ 'ਤੇ ਤੁਸੀਂ ਕਿੰਨਾ ਪੈਸਾ ਖਰਚ ਕੀਤਾ, ਤੇ ਉਹਦੇ ਬਾਰੇ ਜਾਣਕਾਰੀ ਦੇਣ ਤੋਂ ਉਹ ਭੱਜਦੇ ਆ।
ਦਰਸ਼ਨ ਧਾਲੀਵਾਲ ਕਹਿ ਰਹੇ ਨੇ ਸਿਆਸੀ ਪਾਰਟੀਆਂ RTI ਥੱਲੇ ਆਉਣੀਆਂ ਚਾਹੀਦੀਆਂ ਹਨ, ਭ੍ਰਿਸ਼ਟਾਚਾਰ ਤਾਈਓ ਦੂਰ ਹੋਵੇਗਾ। ਜੇਕਰ ਸਿਆਸੀ ਪਾਰਟੀਆਂ ਵਿਰੋਧ ਕਰਦੀਆਂ ਹਨ ਤਾਂ ਉਹ ਇਹਦਾ ਮਤਲਬ ਆ ਉਹ ਭ੍ਰਿਸ਼ਟ ਹਨ। ਦਰਸ਼ਨ ਧਾਲੀਵਾਲ ਦਾ ਕਮੈਂਟ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਹਾਂਜੀ, ਸਤਿ ਸ੍ਰੀ ਅਕਾਲ। ਮੈਂ ਤਾਂ ਇਹ ਗੱਲ ਕਹਿਣ ਲੱਗਿਆ, ਕੌਣ ਬੋਲ ਰਹੇ? ਵੀ ਮੈਂ ਸਰਮੁਖ ਬੈਂਸ ਬੋਲਦਾ ਐਡਮਿੰਟਨ ਤੋਂ। ਹਾਂਜੀ ਬੈਂਸ ਸਾਹਿਬ। ਗੱਲ ਇਹ ਹੈ ਵੀ RTI ਦੇ ਥੱਲੇ ਇਹ ਸਿਆਸੀ ਪਾਰਟੀਆਂ ਵੀ ਆਉਣੀਆਂ ਚਾਹੀਦੀਆਂ, ਧਾਰਮਿਕ ਅਦਾਰੇ ਵੀ ਆਉਣੇ ਚਾਹੀਦੇ ਆ। ਠੀਕ ਹੈ ਜੀ। ਇਹ ਤੇ ਕਿਉਂਕਿ ਇਹ ਕਿ ਜੇ ਇਹ ਏਦਾਂ ਹੋਣਾ ਤਾਂ ਮੁਸ਼ਕਲ ਹੈ, ਕਿਉਂਕਿ ਸਾਰੇ ਰਲੇ ਮਿਲੇ ਵੇ, ਇਹਨਾਂ ਨੂੰ ਪਤਾ ਹੈ ਜੇ ਹੋ ਜੇ ਤਾਂ ਚੰਗੀ ਗੱਲ ਹੈ। ਪਰ ਦੂਜੀ ਨਾਲ ਗੱਲ ਮੈਂ ਧਾਰਮਿਕ ਅਦਾਰਿਆਂ ਨੂੰ ਤਾਂ ਕਹੀ ਹੈ ਵੀ ਧਾਰਮਿਕ ਅਦਾਰਿਆਂ ਦੇ ਥਰੂ ਵੀ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਇਹ ਵੀ ਪਤਾ ਲੱਗੇ ਲੋਕਾਂ ਨੂੰ। ਨਾਲ ਗੱਲ ਇਹ ਹੈ ਵੀ ਜਿਹੜਾ ਵੀ ਨੋਮੀਨੇਸ਼ਨ 'ਚ ਕੈਂਡੀਡੇਟ ਚੁਣਦੇ ਹੈ ਕਿ ਲਿਆਉਂਦੇ ਅੱਗੇ ਮੈਂਬਰ, ਉਹਦੀ ਹਰ ਜਿਹੜੀ ਵਿਧਾਇਕ ਹੈ ਚਾਹੇ ਸੰਸਦ ਮੈਂਬਰ ਹੈ, ਉਹਦਾ ਵੀ ਕੁਛ ਲਿਮਟ ਟਾਈਮ ਚਾਹੀਦਾ, ਉਨੀ ਦੇਰ ਬਾਅਦ ਵੀ ਉਹਦੀ RTI ਹੋਣ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕਿੰਨੇ ਪੈਸੇ ਇਹਨੂੰ ਮਿਲੇ, ਕਿੱਥੋਂ ਆਏ, ਕਿੰਨੇ ਖਰਚੇ, ਕਿੰਨੀ ਦੀ ਇਨਕਮ ਸੀ, ਹੁਣ ਕਿੰਨੀ ਇਨਕਮ ਹੈ, ਸਾਰਾ ਕੁਝ ਹੋਣਾ ਚਾਹੀਦਾ ਹੈ। ਇਹ ਹੋਣਾ ਵੈਸੇ ਮੁਸ਼ਕਲ ਹੈ ਕਿਉਂਕਿ ਬੜੇ ਮਗਰਮੱਛ ਬੈਠੇ ਆ, ਇਹਨਾਂ ਨੇ ਕਿਸੇ ਦੀ ਚੱਲ ਨਹੀਂ ਦੇਣੀ। ਦੂਜੀ ਗੱਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਇਹਨਾਂ ਨੂੰ, ਇਹ ਪਾਰਟੀਆਂ ਨੂੰ ਗਰਾਊਂਡ ਜ਼ੀਰੋ ਤੋਂ, ਜਿੱਦਾਂ ਬਾਹਰ ਸਾਡੇ ਹੈ ਵੀ ਜਦੋਂ ਆਪਣਾ ਕੈਂਡੀਡੇਟ ਆਪਣਾ ਨੋਮੀਨੇਸ਼ਨ ਹੁੰਦੀ ਹੈ ਉਹਨੂੰ ਵੀ ਹੇਠਾਂ ਪਬਲਿਕ ਨੂੰ ਚੁਣ ਕੇ ਦੇਣਾ ਚਾਹੀਦਾ, ਨਾ ਕਿ ਉੱਪਰੋਂ ਬੈਠੇ ਟਿਕਟਾਂ ਦੇ ਦਿਓ ਆਪਣੇ ਬੰਦਿਆਂ ਨੂੰ। ਥੈਂਕ ਯੂ ਬੈਂਸ ਸਾਹਿਬ। ਦੋ ਤਿੰਨ ਵਿਚਾਰ ਸਾਂਝੇ ਕੀਤੇ ਆ ਭਾਈ ਸਾਹਿਬ ਨੇ। ਇੱਕ ਤੇ ਇਹ ਜ਼ਰੂਰ RTI ਥੱਲੇ ਹੋਣੀ ਚਾਹੀਦੀਆਂ ਵਾ, ਔਰ ਬਾਹਰਲਾ ਸਿਸਟਮ ਜਿਵੇਂ ਹੈ ਉਹ ਇੰਟਰੋਡਿਊਸ ਕਰਨਾ ਚਾਹੀਦਾ ਵਾ। ਗ੍ਰਾਸ ਰੂਟ ਲੈਵਲ ਤੋਂ ਜਮਹੂਰੀਅਤ ਪਾਰਟੀਆਂ ਦੇ ਵਿੱਚ ਜਿਹੜੀ ਆ ਉਹ ਪਾਉਣੀ ਚਾਹੀਦੀ ਆ। ਪਰ ਇੱਕ ਹੋਰ ਬੜੀ ਇੰਟਰਸਟ ਉਹਨਾਂ ਨੇ ਵਿਚਾਰ ਰੱਖਿਆ ਵਾ, ਦਿਲਚਸਪ ਵਿਚਾਰ ਰੱਖਿਆ ਵਾ ਕਿ ਸਿਆਸੀ ਪਾਰਟੀਆਂ ਦੇ ਨਾਲ ਧਾਰਮਿਕ ਅਦਾਰੇ SGPC ਜਾਂ ਇੱਦਾਂ ਦੇ ਹੋਰ ਅਦਾਰੇ ਜਿਹੜੇ ਨੇ ਉਹ ਵੀ RTI ਥੱਲੇ ਆਉਣੇ ਚਾਹੀਦੇ ਆ। ਇੰਦਰਜੀਤ ਸਿੰਘ ਉਮਰਪੁਰੀ ਦਾ ਵਿਚਾਰ ਆ ਕਿ ਲੋਕਾਂ ਨੂੰ, ਫੇਸਬੁੱਕ ਦਾ ਵਿਚਾਰ ਜਿਹੜਾ ਸਕਰੀਨ ਦੇ ਉੱਪਰ ਸਾਂਝਾ ਕਰ ਰਹੇ ਆ, ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਦਾ ਅਧਿਕਾਰ ਹੋਣਾ ਚਾਹੀਦਾ, ਪਰ ਜਿੱਥੇ ਜਾਣਕਾਰੀ ਲੈਣ ਦਾ ਅਧਿਕਾਰ ਹੈ ਵੀ ਉੱਥੇ ਵੀ ਬਹਾਨੇਬਾਜ਼ੀ ਕਰਕੇ ਜਾਣਕਾਰੀ ਨਹੀਂ ਦਿੱਤੀ ਜਾਂਦੀ। ਤੁਸੀਂ ਕੁਝ ਨਹੀਂ ਕਰ ਸਕਦੇ, ਸੋ ਬਹਾਨੇ ਮਾਰ ਕੇ ਜਾਣਕਾਰੀ ਜਿਹੜੀ ਆ ਉਹ ਪਿੱਛੇ ਲੁਕਾਈ ਜਾਂਦੀ ਆ। ਰਜਿੰਦਰਜੀਤ ਸਿੰਘ ਸੀਰਾ ਕਹਿ ਰਹੇ ਨੇ ਕਿ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਵਾ ਇਹ ਪ੍ਰਾਈਵੇਟ ਐਂਟੀਟੀ ਨਹੀਂ, ਇਹਨਾਂ ਦੀ ਇੰਟਰਨਲ ਡੀਲਿੰਗ ਵਗੈਰਾ ਸਭ ਕੁਝ ਜਨਤਕ ਹੋਣਾ ਚਾਹੀਦਾ ਵਾ। ਇਹ ਭਾਈ ਸਾਹਿਬ ਦਾ ਵਿਚਾਰ ਹੈ। ਸੋ ਹੁਣ ਤੱਕ ਜਿੰਨੇ ਕਾਲਰਸ ਆਏ ਔਰ ਜਿੰਨੇ ਸਾਡੇ ਨਾਲ ਜਿਨ੍ਹਾਂ ਫੇਸਬੁੱਕ ਤੇ ਕਮੈਂਟਸ ਪਾਏ, ਸਾਰਿਆਂ ਦੇ ਇਹੋ ਹੀ ਵਿਚਾਰ ਆ ਕਿ ਪਾਰਟੀਆਂ RTI ਥੱਲੇ ਹੋਣੀਆਂ ਚਾਹੀਦੀਆਂ ਵਾ, ਸਿਆਸੀ ਪਾਰਟੀਆਂ ਜ਼ਰੂਰ ਹੋਣੀਆਂ ਚਾਹੀਦੀਆਂ। ਦਰਸ਼ਨ ਧਾਲੀਵਾਲ ਅੱਗੇ ਕਹਿ ਰਹੇ ਨੇ ਕਿ ਜਿਨ੍ਹਾਂ ਤੋਂ ਫੰਡ ਲੈਣਗੇ ਉਹਨਾਂ ਦਾ ਹੀ ਪੱਖ ਪੂਰਨਗੇ ਅਤੇ ਆਮ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰਨਗੇ। ਬਿਲਕੁਲ ਠੀਕ ਹੈ ਜੀ, ਔਰ ਇਸੇ ਕਰਕੇ ਪਤਾ ਲੱਗਣਾ ਚਾਹੀਦਾ ਵੀ ਕਿਹਦੇ ਵੱਲੋਂ ਫੰਡਿੰਗ ਆਈ, ਤਾਂ ਕਿ ਕੱਲ੍ਹ ਨੂੰ ਤੁਸੀਂ ਕੋਈ ਪਾਲਿਸੀ ਬਣਾਉਂਦੇ ਜੇ ਤਾਂ ਪਤਾ ਲੱਗੇ ਵੀ ਇਹ ਪਾਲਿਸੀ ਕਿਤੇ ਉਸ ਪਾਰਟੀ ਨੂੰ ਫੇਵਰ ਕਰਨ ਵਾਸਤੇ, ਉਸ ਕੰਪਨੀ ਨੂੰ ਜਾਂ ਉਸ ਸ਼ਖਸ ਨੂੰ ਫੇਵਰ ਕਰਨ ਵਾਸਤੇ ਤਾਂ ਨਹੀਂ। ਜਸਵਿੰਦਰ ਸਿੰਘ ਦਾ ਵਿਚਾਰ ਹੈ, ਜੇ ਕਿਸੇ ਸਰਪੰਚ ਦੇ ਖਿਲਾਫ RTI ਤਹਿਤ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਉਸ ਦਾ ਜਵਾਬ ਦੇ ਹੁੰਦੇ BDPO ਤੇ ਪੰਚਾਇਤ ਸੈਕਟਰੀ। ਜੇ ਜੋ ਖੁਦ ਚੋਰ ਹਨ ਉਹ ਸਹੀ ਜਾਣਕਾਰੀ ਕਿਵੇਂ ਦੇਣਗੇ? ਇਹੀ ਹਾਲ ਸਿਆਸੀ ਪਾਰਟੀਆਂ ਕਰਨਗੀਆਂ। ਕੀ ਮੈਂ ਸਹੀ ਕਹਿ ਰਿਹਾ ਜਾਂ ਜਾਣਕਾਰੀ ਦੇਣ ਦਾ ਕੋਈ ਵੀ ਹੋਰ ਵੀ ਢੰਗ ਹੈ ਜੀ? ਜਸਵਿੰਦਰ ਸਿੰਘ ਜੀ, ਕਾਫੀ ਜਾਣਕਾਰੀ ਸਿਆਸੀ ਪਾਰਟੀਆਂ ਬਾਰੇ ਜਿਹੜਾ ਵਾ ਉਹ ਇਲੈਕਸ਼ਨ ਕਮਿਸ਼ਨ ਦੇ ਸਕਦਾ ਵਾ, ਕਿਉਂਕਿ ਇਲੈਕਸ਼ਨ ਕਮਿਸ਼ਨ ਜਿਹੜਾ ਵਾ ਉਹ ਨਾਰਮਲੀ ਇਲੈਕਸ਼ਨਸ ਦੇ ਉੱਪਰ ਨਿਗਾਹ ਰੱਖਦਾ ਵਾ। ਸੋ ਸਿਆਸੀ ਪਾਰਟੀਆਂ ਬਾਰੇ ਜਾਣਕਾਰੀ ਹਰ ਸਿਆਸੀ ਪਾਰਟੀ ਦਾ ਇੱਕ ਇਨਫੋਰਮੇਸ਼ਨ ਆਫਿਸਰ ਹੋਣਾ ਚਾਹੀਦਾ ਜਿਹੜਾ ਜਾਣਕਾਰੀ ਦੇਵੇ, ਔਰ ਜਾਂ ਜਾਣਕਾਰੀ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਤੋਂ ਲਈ ਜਾ ਸਕਦੀ ਹੈ। ਇਹੋ ਜਿਹਾ ਕੋਈ ਪ੍ਰੋਵੀਜ਼ਨ ਹੋਣ ਦੀ ਲੋੜ ਹੈ। ਇੰਦਰਜੀਤ ਸਿੰਘ ਉਮਰਪੁਰੀ ਅੱਗੇ ਕਹਿ ਰਹੇ ਨੇ ਕਿ RTI ਕਾਰਕੁਨਾਂ ਨੂੰ ਝੂਠੇ ਕੇਸਾਂ 'ਚ ਉਲਝਾ ਦਿੱਤਾ ਜਾਂਦਾ। ਇਹ ਵੀ ਇੱਕ ਨਵਾਂ ਟ੍ਰੈਂਡ ਚੱਲਿਆ ਜੀ ਵੀ ਜਿਹੜੇ RTI ਐਕਟਿਵਿਸਟ ਆ ਉਹਨਾਂ ਦੇ ਖਿਲਾਫ ਕੇਸ ਕਰਤੇ ਜਾਂਦੇ। ਦਵਿੰਦਰ ਲੋਪੋਂ ਕਹਿ ਰਹੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਲੋਕਾਂ ਵਿੱਚੋਂ ਹਨ ਅਤੇ ਲੋਕਾਂ ਦੇ ਲੀਡਰ ਹਨ, ਇਹ ਵੀ ਘੇਰੇ 'ਚ ਆਉਣੇ ਚਾਹੀਦੇ ਆ RTI ਐਕਟ ਦੇ ਥੱਲੇ ਦੇ ਅਧੀਨ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਭਾਈ ਸਾਹਿਬ, ਔਨ 에ਅਰ ਜੇ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਦਿਲਜੀਤ ਸੰਧੂ ਜੀ। ਸੰਧੂ ਸਾਹਿਬ, ਹੋਣੀਆਂ ਤਾਂ ਚਾਹੀਦੀਆਂ ਨੇ ਤੇ RTI ਦੇ ਅਧੀਨ ਆਉਣੀਆਂ ਚਾਹੀਦੀਆਂ ਨੇ ਪਾਰਟੀਆਂ, ਬਿਲਕੁਲ ਜਾਇਜ਼ ਗੱਲ ਵਾ। ਹਾਂ, ਜਦੋਂ ਦੂਜਾ ਸਾਰੇ ਮਹਿਕਮੇ RTI ਦੇ ਅਧੀਨ ਆਉਂਦੇ ਨੇ ਤੇ ਇਹ ਕਿਉਂ ਨਹੀਂ? ਹਾਂ, ਪਰ ਕਰਨਾ ਕਿੰਨੇ ਹੈ ਜੀ? ਹੁਣ ਚੋਣ ਕਮਿਸ਼ਨ ਕਿੰਨੀ ਸਖਤੀ ਕਰਦਾ ਹੈ ਜਦੋਂ ਇਲੈਕਸ਼ਨ ਹੁੰਦਾ ਕਿ ਇੰਨਾ ਤੁਸੀਂ ਖਰਚਾ ਨਹੀਂ ਕਰਨਾ, ਆਹ ਨਜਾਇਜ਼ ਨਹੀਂ ਖਰਚਾ ਕਰਨਾ, ਆਹ ਨਜਾਇਜ਼ ਨਹੀਂ ਕਰਨਾ, ਏਦਾਂ ਦੀਆਂ ਰੈਲੀਆਂ ਰੱਖਣੀਆਂ।
ਕਿੰਨੇ ਉਹ ਥੱਲੇ ਚੋਣ ਅਬਜ਼ਰਵਰ ਲਾਉਂਦਾ ਵਾ, ਕਿੰਨੇ ਹੋਰ ਨੋਡਲ ਅਫਸਰ ਲਾਉਂਦਾ ਵਾ, ਕਿਸੇ ਉਮੀਦਵਾਰ ਤੇ ਕਾਰਵਾਈ ਹੋਈ? ਨਹੀਂ ਹੁੰਦੀ ਹੈ ਜੀ ਕਾਰਵਾਈ, ਹੁੰਦੀ ਆ ਕਾਰਵਾਈ, ਔਰ ਉਹਦਾ ਫਰਕ ਵੀ ਪੈਂਦਾ, ਉਹਦਾ ਫਰਕ ਵੀ ਪੈਂਦਾ। ਮੈਂ ਇਲੈਕਸ਼ਨ ਲੜੀ ਆ, ਮੈਨੂੰ ਪਤਾ ਵਾ, ਫਰਕ ਵੀ ਪੈਂਦਾ, ਬਹੁਤ ਸਖਤੀ ਕਰਦੇ ਆ ਉਹ। ਆਪਾਂ ਨੂੰ ਪਤਾ ਵੀ ਜਿੰਨੇ ਉਮੀਦਵਾਰ ਵਾ ਸਾਰੇ ਨਜਾਇਜ਼ ਖਰਚਾ ਕਰਦੇ, ਹੱਦ ਤੋਂ ਵੱਧ ਕਰਦੇ। ਤੇ ਜਿੱਥੇ ਹੁਣ ਆਰਟੀਆਈ ਦੀ ਗੱਲ ਆ ਜੀ, ਆਰਟੀਆਈ ਲੈ ਲਈਦੀ ਆ, ਕਈ ਮਹਿਕਮੇ ਆਰਟੀਆਈ ਦੇ ਦਿੰਦੇ ਆ ਵੀ ਇੱਥੇ ਆਹ ਗਲਤ ਹੋਇਆ, ਜਦੋਂ ਉੱਤੇ ਕਾਰਵਾਈ ਕਰਨ ਦੀ ਗੱਲ ਫੇਰ ਅਫਸਰਾਂ ਕੋਲ ਹੀ ਜਾਂਦੀ ਆ, ਉੱਥੇ ਭਲਾ ਝੜ ਜਾਂਦੇ ਸਾਰੇ। ਉਹ ਕਿਤੇ ਨਹੀਂ ਲੋਕਾਂ ਨੂੰ ਹਿਸਾਬ ਦਿੰਦੇ, ਰਾਜ ਗੇੜੇ ਗੁੜੇ ਮਰਾ ਕੇ। ਮੈਂ ਇੱਕ ਵਾਰੀ ਆਪਦੇ ਪਿੰਡ ਦੀ ਆਰਟੀਆਈ ਲਈ ਸੀ ਗਰੰਟਾਂ ਦੀ, ਤੇ ਮੈਨੂੰ ਲੱਛਣ ਜਾਪਦਾ ਵੀ ਮੇਰਾ ਉਹਨਾਂ ਨੇ ਬਲਾਕ ਦੇ ਵਿੱਚ ਜ਼ੋਰ ਲਵਾਤਾ, ਆਰਟੀਆਈ ਦੇਣ ਲੱਗੇ। ਤੇ ਜਾਂ ਜੇ ਕੋਈ ਕਾਰਵਾਈ ਕਰਨੀ ਹੋਵੇ ਤੇ ਫਿਰ ਤਾਂ ਰਾਂਦੀ ਰਾਖਾ ਵੀ ਕੌਣ ਕਰੂ? ਸੋ ਗੱਲ ਇਹ ਆ ਵੀ ਪਾਰਦਰਸ਼ਤਾ ਚਾਹੀਦੀ ਆ ਵੀ ਜੇ ਫਲਾਣੇ ਨੇ ਆਰਟੀਆਈ ਲੈ ਕੇ ਆਹ ਦਰਖਾਸਤ ਦਿੱਤੀ ਜਾਂ ਆਹ ਕੰਪਲੇਂਟ ਕਰਤੀ ਤਾਂ ਇੰਨੇ ਦਿਨਾਂ 'ਚ ਕਾਰਵਾਈ ਹੋਣੀ ਚਾਹੀਦੀ ਹੈ। ਪਰ ਹੋਣੀ ਕੱਖ ਨਹੀਂ, ਹੋ ਫੇਰ ਅਫਸਰਾਂ ਕੋਲ ਹੀ ਹੋਣੀ। ਨਹੀਂ, ਉਹਦਾ ਲਿਮਿਟ ਹੈ ਜੀ, 30 ਦਿਨਾਂ ਦੇ ਵਿੱਚ ਇਨਫੋਰਮੇਸ਼ਨ ਤੁਹਾਨੂੰ ਦੇਣੀ ਪੈਂਦੀ ਆ, ਨਹੀਂ ਤੇ ਤੁਸੀਂ ਉਹਦੇ ਥੱਲੇ ਅਪੀਲ ਕਰ ਸਕਦੇ ਜੀ। ਇਸੇ ਕਰਕੇ ਆਰਟੀਆਈ ਕਮਿਸ਼ਨਰ ਲੱਗਦੇ ਆ ਨਾ। ਉੱਪਰ ਵੇਖਿਆ ਜੀ ਗੱਲ ਕੋਈ ਨਹੀਂ, ਸਾਰੇ ਨਾ 100 ਮੋਰੀਆਂ ਨਾਲ ਰੱਖੀਆਂ ਨੇ ਵਿੱਚ, ਹੋਰ ਮੋਰੀਆਂ ਰੱਖੀਆਂ ਨੇ ਬਚਣ ਵਾਸਤੇ। ਹਾਂ, ਆਪਣਾ ਬਚ ਬਚਾ ਕਰਨ ਦੀ ਕੋਸ਼ਿਸ਼ ਕਰਦੇ ਜੀ। ਮਿਹਰਬਾਨੀ ਦਿਲਜੀਤ ਸੰਧੂ ਜੀ। ਸਤਨਾਮ ਸਿੰਘ ਧਾਮੀ ਕਹਿ ਰਹੇ ਨੇ ਇਸ ਤੋਂ ਪਹਿਲਾਂ ਕਿ ਆਰਟੀਆਈ ਦੁਆਰਾ ਜਾਣਕਾਰੀ ਦਾ ਅਧਿਕਾਰ ਲੋਕਾਂ ਨੂੰ ਹੋਵੇ, ਇਹ ਕਾਨੂੰਨ ਦੁਆਰਾ ਕਲੀਅਰ ਹੋਣਾ ਚਾਹੀਦਾ ਹੈ ਕਿ ਇੱਕ ਆਦਮੀ ਜਾਂ ਇੱਕ ਕਾਰਪੋਰੇਸ਼ਨ ਵੱਧ ਤੋਂ ਵੱਧ ਕਿੰਨਾ ਚੰਦਾ ਕਿਸੇ ਰਾਜਨੀਤਿਕ ਪਾਰਟੀ ਨੂੰ ਦੇ ਸਕਦਾ ਵਾ। ਧਾਮੀ ਜੀ, ਬੜਾ ਵੈਲਿਡ ਪੁਆਇੰਟ ਹੈ ਤੁਹਾਡਾ, ਕਿਉਂਕਿ ਇਲੈਕਟੋਰਲ ਜਿਹੜਾ ਬੌਂਡਸ ਦਾ ਸਿਸਟਮ ਹੈ ਉਹਦੇ ਤਹਿਤ ਜੋ ਵੀ ਕੰਪਨੀ ਪੈਸਾ ਦਿੰਦੀ ਕਿਸੇ ਪਾਰਟੀ ਨੂੰ, ਉਹਦੀ ਜਾਣਕਾਰੀ ਵੀ ਜਨਤਕ ਨਹੀਂ ਹੁੰਦੀ, ਉਹ ਕੱਲ ਸੀਕ੍ਰੇਟ ਰੱਖੀ ਜਾਂਦੀ ਹੈ। ਸੋ ਇਸ ਸਾਰੇ ਸਿਸਟਮ 'ਚ ਇਲੈਕਟੋਰਲ ਬੌਂਡ ਸਿਸਟਮ ਦੇ ਵਿੱਚ ਖਾਸ ਕਰਕੇ ਪਾਰਦਰਸ਼ਤਾ ਦੀ ਲੋੜ ਹੈ। ਰਜਿੰਦਰਪਾਲ ਸਿੰਘ ਦਾ ਕਮੈਂਟ ਆ ਕਿ ਇਹ ਜਿਹੜੀ PIL ਆ, ਇਹਦਾ ਸਾਰੀਆਂ ਪਾਰਟੀਆਂ ਵਿਰੋਧ ਕਰਨਗੀਆਂ, ਖਾਸ ਕਰਕੇ ਰੂਲਿੰਗ ਪਾਰਟੀ ਭਾਜਪਾ ਜਿਹੜੀ ਆ ਉਹ ਇਹਦਾ ਵਿਰੋਧ ਕਰਨਗੀਆਂ। ਸਰਕਾਰ ਇਸ ਵੇਲੇ ਵਿਰੋਧ ਆਲਰੇਡੀ ਕਰ ਰਹੀ ਆ, ਕਿਉਂਕਿ ਇਹ ਸਾਰੇ ਹੀ ਜਿਹੜੇ ਨੇ ਇਹ ਗਲਤ ਪ੍ਰੈਕਟਿਸਿਸ ਜਿਹੜੀਆਂ ਨੇ, ਗਲਤ ਕੰਮਾਂ ਦੇ ਵਿੱਚ ਇਹ ਗਲਤ ਕੰਮ ਸਾਰੀਆਂ ਪਾਰਟੀਆਂ ਕਰਦੀਆਂ ਵਾ, ਲੋਕਾਂ ਤੋਂ ਪੈਸੇ ਇਕੱਠੀਆਂ ਕਰਦੀਆਂ ਵਾ, ਪਰ ਉਹਦੇ ਬਾਰੇ ਜਾਣਕਾਰੀ ਨਹੀਂ ਦਿੰਦੀਆਂ। ਸਿੰਘ ਸਰਾਂ, ਇਕਬਾਲ ਸਮਰਾ ਤੇ ਲਖਬੀਰ ਸਿੰਘ ਦੇ ਵੀ ਤਾਜ਼ੇ ਕਮੈਂਟ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਜੇ। ਇਕਬਾਲ ਸਮਰਾ ਕਹਿ ਰਹੇ ਨੇ ਜ਼ਰੂਰ ਇਹ ਪਾਰਟੀਆਂ ਆਰਟੀਏ ਥੱਲੇ ਹੋਣੀ ਚਾਹੀਦੀਆਂ। ਸਿੰਘ ਸਰਾਂ ਕਹਿ ਰਹੇ ਨੇ ਸਿਆਸੀ ਪਾਰਟੀਆਂ ਦੇ ਤੇ ਇਹ ਐਕਟ ਲਾਗੂ ਹੋਣਾ ਚਾਹੀਦਾ ਹੈ। ਪਾਰਟੀਆਂ ਉਮੀਦਵਾਰ ਦੀ ਸਿਲੈਕਸ਼ਨ ਡੈਲੀਗੇਟ ਦੀਆਂ ਵੋਟਾਂ ਪਾ ਕੇ ਚੋਣਾਂ ਕਰਨੀਆਂ ਚਾਹੀਦੀਆਂ, ਜਿਵੇਂ USA ਦੇ ਵਿੱਚ ਰਾਸ਼ਟਰਪਤੀ ਚੋਣ ਜਿਹੜੀ ਪ੍ਰਾਇਮਰੀ ਚੋਣ ਰਾਹੀਂ ਉਹ ਹੁੰਦੀ ਹੈ, ਉੱਥੋਂ ਸਿਸਟਮ ਸ਼ੁਰੂ ਹੁੰਦਾ ਵਾ। ਇਹ ਵੀ ਇੱਕ ਕਾਫੀ ਲੋਕ ਸਾਡੇ ਕਾਲਰਸ ਦਾ ਵਿਚਾਰ ਆਇਆ ਵਾ ਕਿ ਇਹ ਮਸਲਾ ਜਿਹੜਾ ਵਾ ਪਾਰਟੀਆਂ ਦਾ ਕੈਂਡੀਡੇਟ ਸਿਲੈਕਸ਼ਨ ਸਿਸਟਮ ਜਿਹੜਾ ਵਾ ਉਹ ਪ੍ਰਾਇਮਰੀ ਸਿਸਟਮ ਤੋਂ ਸ਼ੁਰੂ ਹੋਣਾ ਚਾਹੀਦਾ ਵਾ, ਸੋ ਦੈਟ ਉਹਦੇ 'ਚ ਇੱਕ ਪਾਰਦਰਸ਼ਤਾ ਹੋਵੇ। ਲਖਵੀਰ ਸਿੰਘ ਕਹਿ ਰਹੇ ਨੇ ਪਹਿਲੀਆਂ ਸਰਕਾਰਾਂ ਤੋਂ RTI ਲੈਣ 'ਚ ਕੋਈ ਦਿੱਕਤ ਨਹੀਂ ਸੀ, ਪਰ ਹੁਣ RTI ਨਹੀਂ ਦੇ ਰਹੀਆਂ ਸਰਕਾਰਾਂ। ਹੁਣ ਸਰਕਾਰਾਂ ਜਿਹੜੀਆਂ ਵਾ ਉਹ ਕੋਸ਼ਿਸ਼ ਕਰਦੀਆਂ ਵਾ ਜਾਣਕਾਰੀ ਦੇਣ ਤੋਂ ਲੁਕ ਲੁਕਾ ਕਰਨ ਦੀ। ਇੱਕ ਹੋਰ ਕਾਲ ਲੈ ਕੇ ਮੈਂ ਫਿਰ ਛੋਟੀ ਜੀ ਬ੍ਰੇਕ ਲਊਂਗਾ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਸੰਧੂ ਸਾਹਿਬ, ਇਹ RTI ਐਕਟ ਦਾ ਜਿੰਨੀਆਂ ਧੱਜੀਆਂ ਸੈਂਟਰ ਸਰਕਾਰ ਨੇ ਉਡਾਈਆਂ, ਇੰਨੀਆਂ ਕਿਸੇ ਨੇ ਉਡਾਈਆਂ। ਦੇਖੋ, ਪਹਿਲਾਂ ਇਹਨਾਂ ਨੇ ਸਵਾਗਤ ਕੀਤਾ ਸੀ ਜਦੋਂ ਆਈ ਸੀ, ਤੇ ਇਹੀ ਫਿਰ RTI ਤੋਂ ਡਰ ਗਏ ਜੀ। ਦੇਖੋ, ਜਦੋਂ ਕਰੋਨਾ ਦੇ ਵਿੱਚ PM ਨੇ ਫੰਡ ਰੱਖਿਆ ਆਪਣੇ ਵਾਸਤੇ, ਉਹ ਕਹਿੰਦਾ RTI ਘੇਰੇ ਤੋਂ ਬਾਹਰ। ਕਿਉਂ ਬਈ? ਲੋਕਾਂ ਨੇ ਪੈਸਾ ਤੈਨੂੰ ਦਾਨ ਕੀਤਾ, ਘੇਰੇ ਤੋਂ ਬਾਹਰ ਕਿਉਂ ਬਈ? ਇਹ ਸਾਰੇ ਜਿੰਨੇ ਵੀ ਪੋਲੀਟੀਕਲ ਲੀਡਰ ਨੇ ਇਹ ਢਿੱਡੋਂ ਬੇਈਮਾਨ ਨੇ। ਇਹ ਕੋਈ ਭਲਾ ਭੁਲਾ ਨਹੀਂ ਕਰ ਰਿਹਾ ਜਨਤਾ ਦਾ, ਇਹਨਾਂ ਨੇ ਜਨਤਾ ਦਾ ਬੇਵਕੂਫ ਬਣਾਉਣਾ ਹੁੰਦਾ ਜੀ। ਦੇਖੋ, ਇਲੈਕਸ਼ਨ ਇੱਕ ਦਿਨ 'ਚ ਵੀ ਹੋ ਸਕਦੀ ਸਾਰੇ ਇੰਡੀਆ ਦੀ, ਪਰ ਉਹਨੂੰ 1.5 ਮਹੀਨਾ ਲੰਬਾ ਲਿਆ ਜਾਂਦਾ ਵੀ ਤਾਂ ਕਿ ਘਰ ਘਰ ਜਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਸਕੇ। ਜੇ ਇੱਕੋ ਵਾਰੀ ਇਲੈਕਸ਼ਨ ਹੋਵੇ ਨਾ ਤਾਂ ਹਰ ਵਾਰੀ ਸਰਕਾਰ ਬਦਲੇ ਜੀ। ਇਹ ਲੋਕਾਂ ਨੂੰ ਇੰਨੀਆਂ ਐਡਾਂ ਲਾ ਕੇ ਉਹਨਾਂ ਦੀਆਂ ਅੱਖਾਂ ਨੂੰ ਵੀ ਚੜਾਇਆ ਜਾਂਦਾ, ਤੇ ਇੰਨਾ ਪ੍ਰਚਾਰ ਕਰਕੇ TV ਚੈਨਲਾਂ ਤੇ ਹਰ ਇੱਕ ਥਾਂ ਤੇ ਵੀ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ, ਉਹਦਾ ਮਾਈਂਡ ਵਾਸ਼ ਕੀਤਾ ਜਾਂਦਾ ਜੀ। ਇਹ ਇੱਕ ਬਹੁਤ ਹੀ ਜਨਤਾ ਦੇ ਨਾਲ ਬੇਇਨਸਾਫੀ ਹੈ। ਇਹ ਪ੍ਰਚਾਰ ਤੇ ਵੀ ਕੋਈ ਰੋਕ ਲੱਗਣੀ ਚਾਹੀਦੀ ਹੈ। ਜਦੋਂ ਇੱਕ ਵਾਰੀ ਇਲੈਕਸ਼ਨ ਅਨਾਉਂਸ ਹੋ ਗਈ, ਜਿਹਦਾ ਕੋਈ ਸਿੰਬਲ ਹੈ ਉਹ ਅਨਾਉਂਸ ਹੋ ਗਿਆ, ਬਸ ਉਹ ਤੋਂ ਬਾਅਦ ਲੋਕਾਂ ਦੀ ਮਰਜ਼ੀ ਹੈ ਵੀ ਜਿਹਨੂੰ ਮਰਜ਼ੀ ਨਾ ਪਾਉਣ ਜਾਂ ਨਾ ਪਾਉਣ। ਤੇ ਇੰਨਾ ਪ੍ਰਚਾਰ ਨਹੀਂ ਹੋਣਾ ਚਾਹੀਦਾ ਵੀ ਲੋਕਾਂ ਦੇ ਘਰ ਘਰ ਜਾ ਕੇ ਦਰਵਾਜ਼ੇ ਖੜਕਾਓ ਜੀ। ਮਿਹਰਬਾਨੀ ਸ਼ੇਰਗਿਲ ਸਾਹਿਬ ਦਾ ਵਿਚਾਰ ਆ ਕਿ ਇਹ ਜਿਹੜਾ ਇਲੈਕਸ਼ਨ ਪ੍ਰੋਸੈਸ ਆ ਇਹਦੇ ਤਬਦੀਲੀ ਲਿਆਉਣ ਦੀ ਲੋੜ ਆ। ਇੰਨਾ ਲੰਬਾ ਇਲੈਕਟੋਰਲ ਟਾਈਮ ਨਹੀਂ ਹੋਣਾ ਚਾਹੀਦਾ, ਇੱਕੋ ਦਿਨ ਸਾਰੀਆਂ ਵੋਟਾਂ ਪੈਣੀਆਂ ਚਾਹੀਦੀਆਂ ਵਾ, ਔਰ ਇਹ ਸਾਰੇ ਸਿਸਟਮ ਦੇ ਵਿੱਚ ਇੱਕ ਤਬਦੀਲੀ ਲਿਆਂਦੀ ਜਾਵੇ, ਇਹ ਉਹਨਾਂ ਦਾ ਵਿਚਾਰ ਹੈ। ਕੁਝ ਕਾਲਰ ਜੁੜੇ ਹੋਏ ਨੇ, ਸੋ ਇੱਕ ਇੱਕ ਕਰਕੇ ਉਹਨਾਂ ਦੀ ਕਾਲ ਲੈਂਦੇ ਆ। ਹੈਲੋ
ਸੰਧੂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਕੈਪਟਨ ਇਕਬਾਲ ਸਿੰਘ। ਇਹ ਸਿਆਸੀ ਪਾਰਟੀਆਂ ਆਰਟੀਆਈ ਐਕਟ ਦੇ ਥੱਲੇ ਹੋਣੀਆਂ ਚਾਹੀਦੀਆਂ। ਵੱਡੇ ਵੱਡੇ ਕਾਰਖਾਨੇਦਾਰ, ਵੱਡੇ ਵੱਡੇ ਬਿਜ਼ਨਸਮੈਨ ਕਿਸੇ ਵੀ ਪਾਰਟੀ ਨੂੰ ਪੈਸਾ ਦੇਣ ਤੋਂ ਪਹਿਲਾਂ ਉਸ ਪ੍ਰੋਵਿੰਸ ਦੇ ਜਿਹੜੇ ਮੰਨੇ ਹੋਏ ਅਖਬਾਰਾਂ 'ਚ ਵੀ ਕਢਾਉਣਾ ਚਾਹੀਦਾ ਕਿ ਅਸੀਂ ਇਸ ਪਾਰਟੀ ਨੂੰ ਇੰਨੇ ਪੈਸੇ ਦੇ ਰਹੇ ਆ। ਬਾਕੀ ਮੋਦੀ ਸਾਹਿਬ ਕੋਲੇ ਤਾਂ ਪਤਾ ਹੀ ਨਹੀਂ ਕਿੰਨਾ ਪੈਸਾ ਹੈਗਾ। ਹੁਣ ਇਹ ਵੀ ਨਹੀਂ ਪਤਾ ਵੀ ਮੋਦੀ ਸਾਹਿਬ ਕੱਲ ਨੂੰ ਹਟ ਜਾਣਗੇ, ਪੈਸਾ ਉਹ ਰੱਖਣਗੇ ਕਿ ਯਾਰ ਦੂਜੇ ਕੋਲੇ ਚਲਾ ਜਾਊਗਾ। ਜਿੰਨਾ ਕਾਲਾ ਧਨ ਆ ਉਹ ਅੰਦਰ ਖਾਤੇ ਇਹਨਾਂ ਕੋਲੇ ਚਲਾ ਜਾਂਦਾ। ਜਦੋਂ ਕਾਲਾ ਧਨ ਇਹਨਾਂ ਕੋਲੇ ਜਾਂਦਾ ਤੇ ਕੀਮਤਾਂ ਵੱਧਦੀਆਂ, ਫਿਰ ਉਹ ਪਬਲਿਕ ਨੂੰ ਖੂਬ ਲੁੱਟਦੇ। ਮੈਂ ਇੱਕ ਰੇਡੀਓ ਹੋਸਟ ਨੂੰ ਸਵਾਲ ਪੁੱਛ ਲਿਆ, ਮੈਂ ਕਿਹਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਦਾ 11 ਅਰਬ ਹੁੰਦਾ, ਅਗਲੇ ਸਾਲ 11.5 ਅਰਬ ਹੋ ਜਾਂਦਾ। ਇਹ 50 ਅਰਬ ਕਿਵੇਂ ਵੱਧਦਾ? ਕੀ ਲੋਕਾਂ ਦੀ ਸ਼ਰਧਾ ਭਾਵਨਾ ਵੱਧ ਜਾਂਦੀ ਹੈ? ਕਹਿੰਦਾ ਸਵੇਰੇ ਪੱਤਰਕਾਰ ਉਹ ਹੋਣਾ ਕਿ ਜਿੰਨਾ ਕਾਲਾ ਧਾਨਾ ਨਾ ਉਹ ਜਾ ਕੇ ਉੱਥੇ ਗੁਰਦੁਆਰੇ ਮੱਥਾ ਟੇਕੇ। ਬਿਲਕੁਲ ਸਹੀ ਗੱਲ ਹੈ, ਝੂਠੀ ਗੱਲ। ਸਭ ਤੋਂ ਵਧੀਆ ਪ੍ਰਧਾਨ ਮੰਤਰੀ ਜਿਹੜਾ ਹੈ ਤਾਂ ਮਲਕ ਸਾਹਿਬ ਆ, ਸਤਪਾਲ ਮਲਕ, ਜਿਹੜੇ ਇਸ ਵੇਲੇ ਅੜੇ ਹੋਏ ਆ ਮੋਦੀ ਸਾਹਿਬ ਨਾਲ। ਦੋ ਨੂੰ ਛੱਡ ਕੇ ਨਾ ਬਾਕੀ ਸਾਰੀਆਂ ਪਾਰਟੀਆਂ ਨੇ ਮੰਨ ਲੈਣਾ। ਇੱਕ ਆਪ ਵਾਲਿਆਂ ਨੇ ਨਹੀਂ ਮੰਨਣਾ, ਇੱਕ ਕਾਂਗਰਸ ਨੇ ਨਹੀਂ ਮੰਨਣਾ, ਕਿਉਂਕਿ ਬਾਹਲੇ ਚਾਹੁੰਦੇ ਵੀ ਅਸੀਂ ਪ੍ਰਧਾਨ ਮੰਤਰੀ ਬਣੀਏ। ਬਾਕੀ ਨਿਤੀਸ਼ ਕੁਮਾਰ ਨੇ ਤਾਂ ਕਾਫੀ ਪਲਟੇ ਲੈਂਦਾ ਰਿਹਾ। ਸਤਿ ਸ੍ਰੀ ਅਕਾਲ। ਥੈਂਕ ਯੂ ਕੈਪਟਨ ਇਕਬਾਲ ਸਿੰਘ ਜੀ। ਥੋੜ੍ਹਾ ਜਿਹਾ ਅਖੀਰ 'ਚ ਆਪਣੇ ਅੱਜ ਦੇ ਮਸਲੇ ਤੋਂ ਹਟ ਕੇ ਉਹਨਾਂ ਨੇ ਗੱਲ ਕੀਤੀ ਆ, ਪਰ ਪਹਿਲਾਂ ਉਹਨਾਂ ਨੇ ਕਿਹਾ ਵਾ ਕਿ ਜੋ ਬਾਕੀ ਕਾਲਰ ਸਾਰੇ ਕਹਿ ਰਹੇ ਨੇ ਕਿ ਵਾਕਈ ਸਿਆਸੀ ਪਾਰਟੀਆਂ ਨੂੰ ਆਰਟੀਆਈ ਐਕਟ ਦੇ ਅਧੀਨ ਹੋਣਾ ਚਾਹੀਦਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਤਿ ਸ਼੍ਰੀ ਅਕਾਲ, ਨਿਰਮਲ ਸਿੰਘ ਬੋਲ ਰਹੇ ਜੀ। ਕੌਣ ਬੋਲ ਰਹੇ ਜੀ? ਨਿਰਮਲ ਸਿੰਘ ਜੀ। ਹਾਂਜੀ ਨਿਰਮਲ ਸਿੰਘ ਜੀ। ਜੀ ਸਰ ਜੀ, ਮੈਂ ਦੋ ਗੱਲਾਂ ਕਹਿਣੀਆਂ ਨੇ ਸਿਰਫ। ਪਹਿਲੀ ਗੱਲ ਤਾਂ ਹੈ ਵੀ ਲੋਕਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਉਹਨਾਂ ਨੂੰ ਕਿ ਉਹ ਜਿਸ ਬੰਦਿਆਂ ਨੂੰ ਦੇਸ਼ ਦੀ ਜਾਂ ਸਟੇਟ ਦੀ ਬਾਗਡੋਰ ਸੰਭਾਲ ਰਹੇ ਨੇ ਉਹਨਾਂ ਬਾਰੇ ਪਤਾ ਹੋਵੇ ਕਿ ਉਹਨਾਂ ਪਾਸ ਪੈਸਾ ਕਿੱਥੋਂ ਆਉਂਦਾ ਤੇ ਉਹ ਕਿੱਥੇ ਖਰਚ ਰਹੇ ਨੇ। ਨੰਬਰ 2 ਤੇ ਜਿਹੜੀਆਂ ਰਾਜਸੀ ਪਾਰਟੀਆਂ ਨੂੰ ਚੰਦਾ ਦੇਣ ਦੀ ਇੱਕ ਲਿਮਿਟ ਵੀ ਫਿਕਸ ਹੋਣੀ ਚਾਹੀਦੀ ਹੈ ਸਰਕਾਰੀ ਤੌਰ ਤੇ ਕਿ ਇੰਡੀਵਿਜੂਅਲ ਕਿੰਨਾ ਦੇ ਸਕਦਾ, ਕੋਈ ਕਾਰਪੋਰੇਟ ਘਰਾਣਾ ਜਾਂ ਕੋਈ ਹੋਰ ਕਿੰਨਾ ਦੇ ਸਕਦਾ ਹੈ। ਅਜਿਹਾ ਨਾ ਹੋਵੇ ਕਿਤੇ ਕੋਈ ਸਾਡੀ ਬਣਨ ਵਾਲੀ ਸਰਕਾਰ ਨੂੰ ਕੋਈ ਕਾਰਪੋਰੇਟ ਘਰਾਣਾ ਜਾਂ ਕੋਈ ਹੋਰ ਗਰੁੱਪ ਜਾਂ ਇੱਥੋਂ ਤੱਕ ਵੀ ਕਿਹਾ ਜਾ ਸਕਦਾ ਕਿ ਕੋਈ ਹੋਰ ਵੀ ਵਿਦੇਸ਼ੀ ਕੰਪਨੀ ਜਾਂ ਕੋਈ ਅੱਤਵਾਦੀ ਸੰਗਠਨ ਹੀ ਨਾ ਖਰੀਦ ਲਵੇ, ਬਹੁਤਾ ਮਹਿੰਗਾ ਪੈਸਾ ਦੇਖੀ। ਤੀਸਰੀ ਗੱਲ ਜੀ, ਇਹ ਜਿਹੜਾ ਇਹਨਾਂ ਨੂੰ ਰਾਜਸੀ ਜਿਹੜੀਆਂ ਹੈਗੀਆਂ ਪਾਰਟੀਆਂ, ਇਹਨਾਂ ਦਾ ਹਰ ਸਾਲ ਦਾ ਇੱਕ ਜਿਹੜੀ ਹੈਗੀ ਆ ਆਮਦਨ ਦੀ ਤੇ ਖਰਚੇ ਦੀ ਪੂਰੀ ਸਟੇਟਮੈਂਟ ਚੋਣ ਕਮਿਸ਼ਨ ਕੋਲੇ ਜਾਣੀ ਚਾਹੀਦੀ ਹੈ। ਜੇ ਉਹ ਕਿਸੇ ਸਮੇਂ ਗਲਤ ਪਾਈ ਜਾਵੇ ਤਾਂ ਚੋਣ ਕਮਿਸ਼ਨ ਉਸ ਪਾਰਟੀ ਨੂੰ 5 ਸਾਲ ਲਈ ਘੱਟੋ ਘੱਟ ਚੋਣ ਲੜਨ ਤੋਂ ਇਨਵੈਲਿਡ ਕਰਾਰ ਦੇ ਸਕਦਾ ਹੋਵੇ ਕਾਨੂੰਨੀ ਤੌਰ ਤੇ। ਉਹਦੇ ਕੋਲ ਅਧਿਕਾਰ ਹੋਣਾ ਚਾਹੀਦਾ। ਇਹ ਖਾਤਾ ਹੀ ਜਿਹੜਾ ਹੈਗਾ ਰਾਜਸੀ ਪਾਰਟੀਆਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਚੱਲਦਾ ਪੈਸੇ ਦਾ ਲੈਣ ਦੇਣ ਤਾਂ ਹੀ ਕਿਸੇ ਹੱਦ ਤੱਕ ਰੋਕਿਆ ਜਾ ਸਕਦਾ। ਔਰ ਇਹਦੇ ਨਾਲ ਜਿਹੜੀ ਚੱਲਦੀ ਆ ਅੰਨ੍ਹੇਵਾਹ ਕਰਪਸ਼ਨ, ਉਹਨੂੰ ਵੀ ਸ਼ਾਇਦ ਕੁਛ ਨੱਥ ਪੈ ਜਾਵੇ। ਥੈਂਕ ਯੂ। ਮਿਹਰਬਾਨੀ। ਨਿਰਮਲ ਸਿੰਘ ਨੇ ਕਈ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਨੇ, ਕਈ ਸੁਝਾਅ ਦਿੱਤੇ ਨੇ, ਬਹੁਤ ਅੱਛੇ ਵਿਚਾਰ ਉਹਨਾਂ ਨੇ ਹੁਣੇ ਸਾਂਝੇ ਕੀਤੇ ਆ। ਹਰਮੇਜ ਸਿੰਘ ਹੋਠੀ ਦਾ ਵਿਚਾਰ ਫੇਸਬੁੱਕ ਦੇ ਉੱਪਰ ਜਿਹੜਾ ਆਇਆ ਤੁਹਾਡੀ ਸਕਰੀਨ ਦੇ ਉੱਪਰ ਹੈ, ਉਹ ਕਹਿ ਰਹੇ ਨੇ ਇਹ ਕਾਨੂੰਨ ਬਹੁਤ ਚਿਰ ਪਹਿਲਾਂ ਬਣਨਾ ਚਾਹੀਦਾ ਸੀ। ਜੋ ਵੀ ਪਬਲਿਕ ਤੋਂ ਤਨਖਾਹ ਲੈ ਰਿਹਾ ਵਾ ਉਸ ਬਾਰੇ ਪਬਲਿਕ ਨੂੰ ਸਾਰੀ ਜਾਣਕਾਰੀ ਮਿਲਣੀ ਚਾਹੀਦੀ ਹੈ। ਜਸਵਿੰਦਰ ਸਿੰਘ ਦਾ ਫੇਸਬੁੱਕ ਦੇ ਉੱਪਰ ਕਮੈਂਟ ਆਇਆ ਵਾ, ਉਹ ਕਹਿ ਰਹੇ ਨੇ ਕਿ ਇਲੈਕਸ਼ਨ ਕਮਿਸ਼ਨ ਕੋਲ ਗਈਆਂ ਸ਼ਿਕਾਇਤਾਂ ਦਾ ਹਜੇ ਕੋਈ ਵੀ ਹੱਲ ਨਹੀਂ ਹੋਇਆ। ਸਿਆਸੀ ਪਾਰਟੀਆਂ 2 ਕਰੋੜ ਖਰਚ ਕੇ 10 ਲੱਖ ਖਰਚਾ ਦਿਖਾ ਦਿੰਦੀਆਂ ਨੇ। ਕੋਈ ਪਾਰਦਰਸ਼ੀ ਸਿਸਟਮ ਅਪਣਾਉਣਾ ਚਾਹੀਦਾ ਵਾ। ਜਸਵਿੰਦਰ ਸਿੰਘ ਦਾ ਕਮੈਂਟ ਤੁਹਾਡੀ ਸਕਰੀਨ ਦੇ ਉੱਪਰ ਆ। ਇਸ ਤੋਂ ਪਹਿਲਾਂ ਇੱਕ ਹੋਰ ਕਮੈਂਟ ਰਵਿੰਦਰਜੀਤ ਸਿੰਘ ਪੰਦੇਰ ਦਾ ਵੀ ਆਇਆ ਵਾ, ਉਹ ਕਹਿ ਰਹੇ ਨੇ ਸਿਆਸੀ ਪਾਰਟੀਆਂ ਵੀ ਆਰਟੀਆਈ ਦੇ ਅਧੀਨ ਹੋਣੀਆਂ ਚਾਹੀਦੀਆਂ ਨੇ ਤੇ ਇਹਨਾਂ ਲੋਕਾਂ ਨੂੰ ਸਿਆਸੀ ਪਾਰਟੀਆਂ ਨੂੰ ਆਰਟੀਆਈ ਦੇ ਦਾਇਰੇ ਦੇ ਵਿੱਚੋਂ ਬਾਹਰ ਕਿਉਂ ਰੱਖਿਆ ਗਿਆ, ਇਹ ਰਵਿੰਦਰਜੀਤ ਸਿੰਘ ਪੰਦੇਰ ਪੁੱਛ ਰਹੇ ਨੇ। ਮਿਸਕੀ ਗੁਪਤਾ ਕਹਿ ਰਹੇ ਨੇ ਜੇਕਰ ਸਭ ਕੁਝ ਠੀਕ ਹੋ ਗਿਆ ਤਾਂ ਬੇਰੁਜ਼ਗਾਰੀ ਵਿੱਚ ਵਾਧਾ ਹੋ ਜਾਵੇਗਾ। ਆਰਟੀਆਈ ਅਧੀਨ ਆ ਗਈਆਂ ਪਾਰਟੀਆਂ ਤਾਂ ਗੁੜ ਗੋਬਰ ਹੋ ਜਾਵੇਗਾ। ਜੋ ਚੱਲ ਰਿਹਾ ਉਹੀ ਸਹੀ ਆ। ਮਿਸਕੀ ਗੁਪਤਾ ਦਾ ਇਹ ਵਿਚਾਰ ਆ ਫੇਸਬੁੱਕ ਦੇ ਉੱਪਰ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਸੋਢੀ ਸਾਹਿਬ। ਸੰਧੂ ਸਾਹਿਬ, ਇੱਕ ਉਰਦੂ ਦਾ ਸ਼ੇਰ ਹੈ
कहते भी ख्याल अच्छा है गालब दिल के बहलाने को। ख्याल तो सारे ही अच्छे हैं, ठीक है जी, है ना, पर है सारे दिल बहलाने वाले ही है, किसी ने इतने होना कख नहीं। नहीं हुण सुप्रीम कोर्ट के अगे है जी, क्योंकि सेंट्रल इन्फॉर्मेशन कमिशन ने कहा सी भी पार्टियां RTI थले होनी चाहिए, और जे सुप्रीम कोर्ट ने भी ये मोहर लाती तो फिर तो हो जाऊगा जी ये। मैं एक बेनती करा, ਜਿਹੜਾ ਇੱਕ ਜੱਜ ਇਹਨਾਂ ਮਾਰਿਆ ਸੀ 4-5 ਸਾਲ ਹੋਏ ਆ, ਉਹ ਭਲਾ ਸੁਪਰੀਮ ਕੋਰਟ ਦਾ ਸੀ ਕਿ ਡਿਸਟ੍ਰਿਕਟ ਕੋਰਟ ਦਾ ਸੀ? ਨਹੀਂ, ਉਹ ਸੁਪਰੀਮ ਕੋਰਟ ਦਾ ਨਹੀਂ ਸੀ, ਸ਼ਾਇਦ ਹਾਈ ਕੋਰਟ ਦਾ ਸੀ ਜੀ। ਵੈਸੇ ਮਤਲਬ ਚਲੋ ਜੋ ਵੀ ਸੀ, ਮਤਲਬ ਵੀ ਹਾਈ ਕੋਰਟ ਚੋਂ ਅਪਗ੍ਰੇਡ ਹੋ ਕੇ ਸੁਪਰੀਮ ਕੋਰਟ ਤੋਂ ਹੀ ਜਾਂਦੇ ਆ। ਦੇਖੋ ਦੇਸ਼ ਦੇ ਵਿੱਚ ਕੀ ਹੋ ਰਿਹਾ, ਮਤਲਬ ਰੋਣ ਆਉਂਦਾ, ਕੱਲਿਆਂ ਬਹਿ ਕੇ ਰੋਣ ਆਉਂਦਾ ਬਈ 5.5 ਲੱਖ ਕਰੋੜ ਦਾ ਦੇ ਹਿਸਾਬ ਨਾਲ ਰਫੇਲ ਖਰੀਦੇ ਸੀ ਮਨਮੋਹਨ ਸਿੰਘ ਦੀ ਸਰਕਾਰ ਨੇ। ਉਹ ਹੀ ਮੁੜ ਕੇ ਇਹਨਾਂ 1650 ਦੇ ਖਰੀਦੇ ਆ, ਤੇ ਜਦੋਂ ਲੋਕਾਂ ਨੇ ਕਿਹਾ ਵੀ ਇਹਦੇ ਬਿੱਲ ਵਿਖਾਓ, ਇਨਵਾਇਸਾਂ ਵਿਖਾਓ, ਤੇ ਉਹ ਕਹਿੰਦੇ ਵੀ ਦੇਸ਼ ਦੀ ਸੁਰੱਖਿਆ ਨੂੰ ਖਤਰਾ ਵਾ, ਅਸੀਂ ਨਹੀਂ ਵਿਖਾ ਸਕਦੇ। ਬੋਫਰਸ ਤੋਪ ਆਈ ਸੀ, ਅੱਜ ਤੱਕ ਬੋਫਰਸ ਵਾਲੇ ਉਹ ਕੁਆਤਰੋਚੀ ਵਗੈਰਾ ਆਪਾਂ ਮਰਨ ਤੋਂ ਬਾਅਦ ਵੀ ਮਤਲਬ ਉਹਨਾਂ ਦੇ ਕੇਸ ਉਹਦੇ ਚ ਪੈਂਡਿੰਗ ਪਏ ਆ। ਹੁਣ 9 ਸਾਲਾਂ ਦੇ ਵਿੱਚ ਜਿੰਨੀ ਤੋਪ ਤੇ ਜਿੰਨੀ ਮਤਲਬ ਆਰਮ ਐਂਡ ਅਮਨੀਸ਼ਨ ਖਰੀਦਿਆ ਗਿਆ, ਜਿੰਨੇ ਮਤਲਬ ਕਿ ਆਪਣੇ ਡਰੋਨ ਖਰੀਦੇ ਗਏ ਆ, ਜਿੰਨਾ ਰਡਾਰ ਸਿਸਟਮ ਖਰੀਦਿਆ ਗਿਆ, ਉਹ ਕਿਸੇ ਨੂੰ ਪਤਾ ਵੀ ਉਹ ਮਤਲਬ ਕੀ ਭਾਅ ਖਰੀਦਿਆ ਤੇ ਉਹਦੀਆਂ ਕੋਟੇਸ਼ਨਾਂ ਕਿੱਥੇ ਨੇ, ਤੇ ਦੂਜਾ ਦੇਸ਼ ਕੀ ਭਾਅ ਦਿੰਦਾ ਸੀ, ਕਿਸੇ ਨੂੰ ਪੁੱਛਿਆ ਕਿਸੇ ਨੇ ਜੀ? ਹਾਂਜੀ। ਹੁਣ ਤੀਜੀ ਗੱਲ ਤੇ ਅਖੀਰਲੀ, ਪੰਜਾਬ ਦੇ ਵਿੱਚ ਸਨ 82 ਤੋਂ ਕਰਜ਼ਾ ਚੜਨ ਲੱਗਾ ਪੰਜਾਬ ਦੇ ਸਿਰ ਤੇ ਜੀ। ਇਹ ਤੁਹਾਨੂੰ ਮੈਂ ਦੱਸ ਦੇਣਾ ਵੀ 82 ਤੋਂ ਪਹਿਲਾਂ ਪੰਜਾਬ ਦੇ ਸਿਰ ਉਹਨਾਂ ਕੀ ਕਰਜ਼ਾ ਸੀ ਜਿਹੜਾ ਝੋਨੇ ਵਾਸਤੇ ਓਵਰਡਿਊ ਲੈ ਲਿਆ ਤੇ ਕਣਕ ਤੇ ਲੱਥ ਗਿਆ, ਕਣਕ ਵਾਸਤੇ ਲੈ ਲਿਆ, ਝੋਨੇ ਲੱਥ ਗਿਆ, ਕੰਮ ਨਿਬੜ ਜਾਂਦਾ ਸੀ ਸਾਲ ਦੇ ਸਾਲ ਜੀ ਜੀ। 82 ਤੋਂ 22 ਤੱਕ 40 ਸਾਲਾਂ ਦੇ ਵਿੱਚ 7,500 ਕਰੋੜ ਸਾਲਾਨਾ ਦੇ ਹਿਸਾਬ ਨਾਲ ਐਵਰੇਜ ਚੜ੍ਹਦਾ ਰਿਹਾ, ਵਿੱਚੇ ਫੌਜ ਦਾ, ਵਿੱਚੇ CRP ਦਾ, ਵਿੱਚੇ BSF ਦਾ, ABCDF ਜੀ, ਸਾਰਾ ਕੁਝ ਵਿੱਚੇ ਹੀ, ਤੇ 3 ਲੱਖ ਕਰੋੜ ਬਣ ਗਿਆ। ਹੁਣ ਗੁਣਾ ਕਰ ਲਓ 7500 ਨੂੰ 40 ਨਾਲ ਜੀ। ਤੇ ਇਹ ਹੁਣ ਮਤਲਬ ਕੇਜਰੀਵਾਲ ਉਹਨਾਂ ਨੇ ਕਿਹਾ ਵੀ ਅਸੀਂ ਕਰਜ਼ਾ ਲਾ ਦੇਣਾ, ਅਸੀਂ ਤੇ ਐਸੇ ਕरेंगे 20,000 यहाँ से लाएंगे, 40,000 वहां से लाएंगे, 50,000 वहां से लाएंगे, ਤੇ 1.5 ਸਾਲ ਦੇ ਵਿੱਚ 33,000 ਕਰੋੜ ਕਰਜ਼ਾ ਹੋਰ ਵੱਧ ਗਿਆ। ਮਤਲਬ ਕਿ ਪਿਛਲਾ ਕਰਜ਼ਾ ਸੀ 7,500 ਕਰੋੜ ਸਾਲਾਨਾ ਦੀ ਦਰ ਨਾਲ, ਹੁਣ ਕਰਜ਼ਾ ਹੋ ਗਿਆ 22,000 ਕਰੋੜ ਦੀ ਸਾਲਾਨਾ, ਕਿਉਂਕਿ 1.5 ਸਾਲ ਹੋਇਆ, 22 ਤੇ 11 33 ਤੇ 22,000 ਕਰੋੜ, 3 ਗੁਣਾ ਕਰਜ਼ਾ ਵਧਣ ਲੱਗ ਪਿਆ ਨਾ ਜੀ। ਤੇ ਜਿੱਦਣ ਇਹਨਾਂ ਨੇ ਇਹ ਛੱਡ ਕੇ ਜਾਣਾ ਤੇ ਉਦਣ ਕਰਜ਼ਾ 500 ਕਰੋੜ ਟੱਪਿਆ ਹੋਣਾ ਵਾ। ਤੇ ਕਿੱਥੇ ਖਲੋਤੀ ਤੁਹਾਡੀ RTI? ਇਹਦੇ ਜਵਾਬ ਜਿਹੜੇ ਮੈਂ ਤੁਹਾਨੂੰ ਦੱਸੇ ਆ, ਇਹਦੇ ਤੁਹਾਨੂੰ ਵੀ ਦੱਸਦੇ ਪਏ ਤੇ ਬਾਕੀਆਂ ਨੂੰ ਵੀ ਦੱਸਦੇ। ਹੁਣੇ ਮੈਂ ਕਾਲ ਬੰਦ ਕਰਨੀ, ਇੱਕ ਦੋ ਦਾ ਆ ਜਾਣਾ, ਸੋਢੀ ਕਾਂਗਰਸ ਦਾ ਬੰਦਾ ਵਾ, ਤੇ ਇਹਨਾਂ ਨੂੰ ਮਨਾ ਕਰਦਾ ਜਾਂ ਤੇ ਸੋਢੀ ਨੂੰ ਦੱਸ ਦਿਓ ਨਾ ਵੀ 33,000 ਕਰੋੜ ਕਰਜ਼ਾ ਨਹੀਂ ਵਧਿਆ, ਤੇ ਜੇ ਵਧਿਆ ਤੇ ਕਿਉਂ ਵਧਿਆ, ਤੇ ਜੇ ਸੋਢੀ ਗਲਤ ਬੋਲਦਾ ਤੇ ਸੋਢੀ ਨੂੰ ਦੱਸ ਦਿਓ। ਨਹੀਂ, ਉਹ ਤੇ ਠੀਕ ਆ, ਪਰ ਇਹ ਤੇ ਚਲੋ ਸਰਕਾਰ ਤੋਂ ਇਨਫੋਰਮੇਸ਼ਨ ਲੈਣੀ ਆ, ਪਰ ਪਾਰਟੀਆਂ ਦੇ RTI ਥੱਲੇ ਹੋਣੀ ਚਾਹੀਦੀਆਂ ਕਿ ਨਹੀਂ? ਸਰਦਾਰ ਸਾਹਿਬ ਕਿਸੇ ਨੇ ਕੱਖ ਨਹੀਂ ਕਰਾ ਲਓ, ਕੋਈ ਹਰਜ ਨਹੀਂ, ਕਰਾ ਲਓ, ਉਹਦੇ 'ਚ ਕੋਈ ਨੁਕਸ ਨਹੀਂਗਾ, ਕੋਈ ਹਰਜ ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਤੁਹਾਡੇ ਨਾਲ ਖੜਾ। ਜੇ ਕਿਤੇ ਪੈਸੇ ਵੀ ਇਕੱਠੇ ਕਰਨੇ ਹੋਣ, 500-700 2,000 ਡਾਲਰ ਦੇਣ ਦੀ ਲੋੜ, ਮੈਂ ਉਹ ਵੀ ਦਿਆਂਗਾ, ਕੰਟਰੀਬਿਊਸ਼ਨ ਕਰਾਂਗਾ, ਲੇਕਿਨ ਇਹਦਾ ਲਾਭ ਕੱਖ ਨਹੀਂ ਜੀ ਹੋਣਾ। ਮਿਹਰਬਾਨੀ, ਥੈਂਕ ਯੂ ਸੋਢੀ ਸਾਹਿਬ, ਮਿਹਰਬਾਨੀ। ਹੁਣੇ ਸੋਢੀ ਸਾਹਿਬ ਨੇ ਰੇਜ਼ ਕੀਤਾ ਸੀ ਪੁਆਇੰਟ ਵੀ ਜੱਜ ਦੀ ਡੈਥ ਹੋਈ ਸੀ, ਜੱਜ ਲੋਇਆ ਦੀ ਗੱਲ ਕਰ ਰਹੇ ਸਨ, ਔਰ 2014 ਦੇ ਜਦੋਂ ਦੀ ਡੈਥ ਹੋਈ ਸੀ, ਮੈਂ ਕਿਹਾ ਸੀ ਉਹ ਹਾਈ ਕੋਰਟ ਦੇ ਜੱਜ ਸਨ, ਨਹੀਂ ਹਾਈ ਕੋਰਟ ਦੇ ਨਹੀਂ, ਉਹ CBI ਸਪੈਸ਼ਲ ਕੋਰਟ ਦੇ ਜੱਜ ਸਨ ਜਿਨ੍ਹਾਂ ਦੀ ਉਸ ਵੇਲੇ ਡੈਥ ਹੋਈ ਸੀ, ਜਿਹਦੇ ਤੇ ਕੰਟਰੋਵਰਸੀ ਵੀ ਹੋਈ ਸੀ। ਮੀਨਵਾਈਲ ਦਵਿੰਦਰ ਲੋਪੋਂ ਦਾ ਕਮੈਂਟ ਆਇਆ ਵਾ, ਸੂਚਨਾ ਲੈਣ ਦਾ ਅਧਿਕਾਰ ਹੈ, ਜਿੱਥੇ ਸੂਚਨਾ ਮਿਲ ਸਕਦੀ ਹੈ ਉਹ ਵੀ ਟਾਲ ਮਟੋਲ ਕਰ ਰਹੇ ਨੇ, ਜ਼ਿਆਦਾ ਹਿੰਮਤੀ ਇਨਸਾਨ ਹੀ ਸੂਚਨਾ ਲੈ ਸਕਦਾ ਵਾ। ਦਵਿੰਦਰ ਲੋਪੋਂ ਦਾ ਵਿਚਾਰ ਹੈ ਵੀ ਆਪਾਂ ਕਹਿ ਰਹੇ ਹਾਂ ਕਿ ਪਾਰਟੀਆਂ RTI ਥੱਲੇ ਹੋਣੀਆਂ ਚਾਹੀਦੀਆਂ, ਉਹ ਤਾਂ ਵੱਖਰੀ ਗੱਲ ਹੈ, ਜਿਨ੍ਹਾਂ ਦੇ ਉੱਤੇ ਅਧਿਕਾਰ ਹੈ ਇਸ ਵੇਲੇ ਸਰਕਾਰਾਂ ਤੇ, ਉਹ ਸਰਕਾਰਾਂ ਵੀ ਟਾਲ ਮਟੋਲ ਕਰਦੀਆਂ, ਇਹ ਸਹੀ ਗੱਲ ਹੈ ਜੀ ਬਿਲਕੁਲ। ਰਜਿੰਦਰਜੀਤ ਸਿੰਘ ਸੀਰਾ ਕਹਿ ਰਹੇ ਨੇ ਕਿ ਸਿੰਘ ਸਾਹਿਬ
ਤੁਸੀਂ ਜਿਹੜੀ ਬ੍ਰੇਕ ਲੈਂਦੇ ਜੇ ਉਹਦਾ ਕੀ ਮਤਲਬ ਹੈ, ਕਿਉਂਕਿ ਉਹੀ ਚੀਜ਼ ਤੁਸੀਂ ਦਿਖਾਉਂਦੇ ਜੇ। ਇਹ ਦੇਖ ਲੈਂਦੇ ਜੀ ਇਹਦੇ ਬਾਰੇ, ਵੀ ਵਿਲ ਲੁੱਕ ਇਨਟੂ ਇਟ। ਮੀਨਵਾਈਲ ਮਹਿੰਦਰ ਸਿੰਘ ਸਿੱਧੂ ਦਾ ਕਮੈਂਟ ਆਇਆ ਕਿ ਚੋਰ ਹੀ ਚੋਰਾਂ ਨੂੰ ਪੈਸੇ ਦਿੰਦੇ ਨੇ, ਹਿਸਾਬ ਕੌਣ ਦੇਵੇ, 2 ਨੰਬਰ ਦਾ ਪੈਸਾ ਹੀ ਲੀਡਰਾਂ ਕੋਲ ਜਾਂਦਾ ਵਾ। ਇਹ ਮਹਿੰਦਰ ਸਿੰਘ ਸਿੱਧੂ ਦਾ ਕਮੈਂਟ ਹੈ। ਲੇਕਿਨ ਪਾਰਦਰਸ਼ੀ ਸਿਸਟਮ ਲਿਆਉਣ ਦੀ ਗੱਲ ਕਰ ਰਹੇ ਹਾਂ ਜੀ। ਜੇ ਪਾਰਦਰਸ਼ੀ ਸਿਸਟਮ ਆ ਜਾਏ ਤਾਂ ਫਿਰ ਇਹ ਜਾਣਕਾਰੀ ਵੀ ਬਾਹਰ ਆਊਗੀ ਕਿ ਕੌਣ ਕਿੰਨਾ ਪੈਸਾ ਦੇ ਰਿਹਾ ਵਾ। ਇਨਫੈਕਟ ਹੁਣ ਵੀ ਇੰਡੀਵਿਜੂਅਲਸ ਜਿਹੜਾ ਪੈਸਾ ਦਿੰਦੇ ਆ ਉਹਦੀ ਜਾਣਕਾਰੀ, ਜਾਂ ਕੰਪਨੀਆਂ ਜਿਹੜੀਆਂ ਦਿੰਦੀਆਂ ਉਹ ਜਾਣਕਾਰੀ ਆ ਜਾਂਦੀ ਬਾਹਰ, ਲੇਕਿਨ ਜਿਹੜੇ ਇਲੈਕਟੋਰਲ ਬੌਂਡਸ ਜਿਹੜੇ ਨੇ ਉਹਨਾਂ ਬਾਰੇ ਜਾਣਕਾਰੀ ਨਹੀਂ ਜਨਤਕ ਹੁੰਦੀ। ਔਰ ਜਿਹੜੀਆਂ ਸਿਆਸੀ ਪਾਰਟੀਆਂ ਜਿੰਨਾ ਇਲੈਕਸ਼ਨ 'ਚ ਖਰਚ ਕਰਦੀਆਂ ਵਾ ਉਹ ਵੀ ਗੱਲ ਜਿਹੜੀ ਆ ਉਹਦੇ 'ਤੇ ਕੋਈ ਪਾਬੰਦੀ ਨਹੀਂ। ਇੰਡੀਵਿਜੂਅਲ ਜਿਹੜਾ ਚੋਣ ਲੜਦਾ ਵਾ ਉਹਦੇ 'ਤੇ ਪਾਬੰਦੀ ਹੈ, ਲਿਮਿਟ ਹੁੰਦੀ ਹੈ। ਲੋਕ ਸਭਾ ਦੀ ਇੰਨੀ ਲਿਮਿਟ ਹੈ, ਵਿਧਾਨ ਸਭਾ ਦੀ ਇੰਨੀ ਲਿਮਿਟ, ਲੇਕਿਨ ਸਿਆਸੀ ਪਾਰਟੀਆਂ ਕਿੰਨਾ ਖਰਚ ਕਰਦੀਆਂ ਓਵਰਆਲ ਉਹਦੇ 'ਤੇ ਲਿਮਿਟ ਨਹੀਂ। ਉਹ ਵੀ ਲਿਮਿਟ ਦੀ ਸ਼ਾਇਦ ਲੋੜ ਆ। ਮੀਨਵਾਈਲ ਅਗਲੀ ਕਾਲ ਲੈਂਦੇ ਹਾਂ, ਦੇਖਦੇ ਹਾਂ ਅਗਲੇ ਕਾਲਰ ਅੱਜ ਵਾਲੇ ਮਸਲੇ ਦੇ ਉੱਪਰ ਕੀ ਗੱਲ ਸਾਂਝੀ ਕਰਨੀ ਚਾਹੁੰਦੇ। ਹੈਲੋ ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਿਸਕੀ ਗੁਪਤਾ ਜੀ ਮਿਸਕੀ ਗੁਪਤਾ ਜੀ। ਸੰਧੂ ਸਾਹਿਬ ਜਿਹੜੀ ਆਰਟੀਆਈਆਂ ਪਹਿਲਾਂ ਬਣੀਆਂ ਹੋਈਆਂ ਨੇ, ਜਿਨ੍ਹਾਂ ਨੇ ਬਣਾਈਆਂ ਨੇ, ਕਹਿੰਦੇ ਨੇ ਵੀ ਅਸੀਂ ਇਹ 'ਚ ਯੋਗਦਾਨ ਪਾਇਆ ਆਰਟੀਆਈ ਬਣਾਉਣ 'ਚ, ਉਹ ਆਰਟੀਆਈਆਂ ਦੇਣ ਤੋਂ ਇਨਕਾਰ ਕਰਦੇ ਨੇ। ਜੇ ਹੁਣ ਇਹਨੂੰ ਵੀ ਆਰਟੀਆਈ ਦੇ ਅਧੀਨ ਲਿਆਂਦਾ, ਜੇ ਪਾਰਟੀਆਂ ਆਰਟੀਆਈ ਦੇ ਅਧੀਨ ਆ ਗਈਆਂ, ਉਹ ਆਰਟੀਆਈ ਜਾਣਕਾਰੀ ਨਹੀਂ ਦੇਣਗੀਆਂ, ਫਿਰ ਕਿਹੜਾ ਅਸੀਂ ਉਹਨਾਂ ਦੀ ਪੂਛ ਫੜ ਲਾਂਗੇ ਜੀ। ਨਹੀਂ, ਹੁਣ ਸਿਸਟਮ ਇਹ ਆ, ਦੇਖੋ ਜੇ ਆਰਟੀਆਈ ਦੇ ਥੱਲੇ ਆ ਜਾਣ ਸਿਆਸੀ ਪਾਰਟੀਆਂ ਤੇ ਉਹ ਟਾਲ ਮਟੋਲ ਕਰਦੀਆਂ ਵਾ, ਪਰ ਤੁਸੀਂ ਉਹਦੇ ਬਾਰੇ ਅਪੀਲ ਕਰ ਸਕਦੇ ਜੇ। ਤੁਸੀਂ ਜਿਹੜੇ ਇਨਫੋਰਮੇਸ਼ਨ ਕਮਿਸ਼ਨਰ ਬਣੇ ਨੇ ਉਹਨਾਂ ਕੋਲ ਅਪੀਲ ਕਰ ਸਕਦੇ ਜੇ। ਫਿਰ ਉਹ ਹਦਾਇਤ ਦਿੰਦੇ ਆ ਵੀ ਇਹ ਤੁਹਾਨੂੰ ਜਾਣਕਾਰੀ ਦੇਣੀ ਪੈਣੀ ਆ। ਹੁਣ ਵੀ ਜਿਹੜੀ ਕਈ ਵਾਰ ਕੇਂਦਰ ਬਾਰੇ ਜਾਂ ਪੰਜਾਬ ਸਰਕਾਰ ਬਾਰੇ ਜੋ ਲੋਕੀ ਜਾਣਕਾਰੀ ਮੰਗਦੇ ਆ ਉਹ ਟਾਲ ਮਟੋਲ ਕਰਦੇ ਆ, ਪਰ ਬਾਅਦ 'ਚ ਗੱਲ ਨਿਕਲ ਆਉਂਦੀ ਆ ਵੀ ਟੋਟਲ ਜੇ ਪੁੱਛਦੇ ਆ ਵੀ ਸਵੇਰਿੰਗ ਇਨ ਤੇ ਜਦੋਂ ਸਹੁੰ ਚੁੱਕ ਸਮਾਗਮ ਸੀ ਕਿੰਨਾ ਖਰਚ ਹੋਇਆ, ਕਿੰਨੀਆਂ ਬੱਸਾਂ ਲਈਆਂ, ਕਿੰਨਾ ਇਸ਼ਤਿਹਾਰਾਂ 'ਤੇ ਖਰਚ ਕੀਤਾ, ਦਿੰਦੀਆਂ ਸਰਕਾਰਾਂ, ਡਿਲੇ ਜ਼ਰੂਰ ਕਰਦੀਆਂ ਵਾ, ਲੇਕਿਨ ਦੇਣੀ ਪੈਂਦੀ ਹੈ ਜਾਣਕਾਰੀ ਜੀ। ਸੰਧੂ ਸਾਹਿਬ ਜਦੋਂ ਕਹਿਣਗੇ ਵੀ ਹਵਾਈ ਜਹਾਜ਼ ਦਾ ਖਰਚ, ਜਦੋਂ ਨਿੱਜੀ ਪਲੇਨ ਜੈਟ ਦਾ ਤੁਸੀਂ ਖਰਚਾ ਦੱਸੋ ਵੀ ਕਿਹਾ, ਉਹ ਕਹਿਣਗੇ ਸਾਡੀ ਸਿਕਿਉਰਿਟੀ ਦਾ ਮਾਮਲਾ ਹੈ। ਪਹਿਲਾਂ ਨਹੀਂ ਕਿਹਾ ਪੰਜਾਬ ਸਰਕਾਰ ਨੇ ਵੀ ਸਾਡੀ ਸਿਕਿਉਰਿਟੀ ਦਾ ਮਾਮਲਾ, ਅਸੀਂ ਜਾਣਕਾਰੀ ਨਹੀਂ ਦੇ ਸਕਦੇ ਜੀ। ਹਾਂ, ਉਹ ਜਿਹੜਾ ਇੱਕ ਲੂਪ ਹੋਲ ਆ ਵੀ ਸੁਰੱਖਿਆ ਦੇ ਆਧਾਰ ਤੇ ਤੁਸੀਂ ਜਾਣਕਾਰੀ ਦੇਣ ਤੋਂ ਨਾ ਕਰ ਸਕਦੇ ਜੀ। ਜਦੋਂ ਜਿਹੜੇ ਚੋਰ ਨੇ ਜੀ, ਚੋਰ ਹੀ ਚੋਰ ਕਰਨ ਤੋਂ ਆਪ ਤੋਂ ਜਾ ਹੀ ਨਹੀਂ ਸਕਦੇ ਜੀ। ਫਿਰ ਇਹਨਾਂ ਨੂੰ ਚਾਹੇ ਆਰਟੀਆਈ ਦੀ ਲਿਓ, ਚਾਹੇ ਪੀਟੀਆਈ ਦੀ ਲਿਓ, ਕਿਸੇ ਦੀ ਲਿਓ ਜੀ। ਕੋਈ ਸਮਾਂ ਹੁੰਦਾ ਸੀ ਜੇ ਕੋਈ ਅਖਬਾਰ ਤੇ ਖਬਰ ਲੱਗ ਜਾਂਦੀ ਸੀ ਜੀ, ਤਾਂ ਲੋਕ ਕਹਿੰਦੇ ਸੀ ਹਾਂ ਕੀ ਹੋ ਗਿਆ ਕੀ ਹੋ ਗਿਆ। ਹੁਣ ਪੱਤਰਕਾਰ ਨੂੰ ਵੜ ਕੇ ਕੁੱਟ ਵਾਲਦੇ ਨੇ ਜੀ। ਇਹ ਜ਼ਮਾਨਾ ਹੋਰ ਹੈ ਜੀ, ਉਹ ਜ਼ਮਾਨਾ ਕੁਝ ਹੋਰ ਸੀ। ਆਰਟੀਆਈ ਵੇਲੇ ਜ਼ਮਾਨਾ ਸੀ ਜਿਹੜੇ ਬੰਦੇ ਲੋਕਪਾਲ ਲਈ ਲੜੀ ਗਏ, ਅੱਜ ਲੋਕਪਾਲ ਦਾ ਜਰੂਰ ਸਭ ਤੋਂ ਵੱਧ ਉਹੀ ਕੱਢ ਰਹੇ ਨੇ। ਵੀ ਇਹ ਤਾਂ ਇੱਕ ਦਿਨ ਆਪਣੇ ਆਪ ਜਦੋਂ ਸਮੇਂ ਦੀ ਕੁਝ ਤਬਦੀਲੀ ਭਾਲਣੀ ਹੋਈ, ਵੀ ਜਿਵੇਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਜੀ। ਜਿਹੜੀ ਗੱਲ ਪਹਿਲਾਂ ਸਾਨੂੰ 10 ਸਾਲ ਬਾਅਦ 5 ਸਾਲ ਬਾਅਦ ਪਤਾ ਲੱਗਦੀ ਸੀ, ਘੰਟਿਆਂ ਬਾਅਦ ਪਤਾ ਲੱਗਣ ਲੱਗੀ। ਇਸ ਜ਼ਮਾਨੇ ਨੇ ਆਪਣੇ ਆਪ ਤਬਦੀਲ ਹੋ ਜਾਣਾ। ਜਦੋਂ ਜ਼ਮਾਨਾ ਤਬਦੀਲ ਹੋਇਆ ਉਦੋਂ ਸੱਤਾ ਵੀ ਠੀਕ ਹੋ ਜੂ, ਜਦੋਂ ਲੋਕ ਠੀਕ ਹੋ ਗਏ ਤਾਂ ਸੱਤਾ ਵੀ ਠੀਕ ਹੋ ਜੂ। ਮਿਹਰਬਾਨੀ, ਥੈਂਕ ਯੂ ਮਿਸਕੀ ਗੁਪਤਾ ਜੀ। ਲੋਕ ਜਦੋਂ ਠੀਕ ਹੋ ਜਾਣ, ਜਿਹੜਾ ਲੋਕਤੰਤਰ ਹੈ ਲੋਕਾਂ 'ਤੇ ਡਿਪੈਂਡ ਕਰਦਾ ਵਾ। ਜੋ ਲੋਕਾਂ ਦੀ ਸੋਚ ਆ, ਜਿਹੋ ਜਿਹੇ ਨੁਮਾਇੰਦੇ ਉਹ ਚੁਣਦੇ ਨੇ, ਉਸੇ ਤਰ੍ਹਾਂ ਦੀ ਉਹਨਾਂ ਨੂੰ ਸਰਕਾਰ ਮਿਲਦੀ ਹੈ। ਇਹ ਭਾਈ ਸਾਹਿਬ ਦਾ ਵਿਚਾਰ ਆ। ਮੀਨਵਾਈਲ ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਪ੍ਰੇਮਪੁਰਾ ਜੀ। ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸਾਨੂੰ ਪਬਲਿਕ ਨਾਲ ਜੋੜਦੇ ਹੋ ਜੀ, ਔਰ ਜੋ ਦੁਨੀਆ ਤੇ ਹੋ ਰਿਹਾ ਉਹਦੇ ਬਾਰੇ ਸਾਨੂੰ ਚਾਨਣਾ ਪਾਉਂਦੇ ਹੋ। ਮਿਹਰਬਾਨੀ ਜੀ। ਜਿਹੜਾ ਸਾਡਾ ਅੰਗਰੇਜ਼ਾਂ ਦਾ ਰਾਜ ਸੀ ਨਾ, ਉਹ ਬਜ਼ੁਰਗਾਂ ਕੋਲ ਸੁਣੀਦਾ ਹੈ ਵੀ ਬੱਕਰੀ ਦੀ ਗੱਲ ਗਹਿਣਾ ਪਾ ਦਿਓ ਚਰ ਕੇ ਆ ਜਾਂਦੀ ਸੀ, ਕੋਈ ਨਹੀਂ ਸੀ ਲਾਂਦਾ ਤੇ ਹੇਰਾ ਫੇਰੀ ਤੇ ਉਦੋਂ ਡਾਲਰ ਦਾ ਕੀ ਰੇਟ ਸੀ ਤੇ ਹੁਣ ਕੀ ਕਰ ਦਿੱਤਾ ਇਹਨਾਂ ਨੇ। ਉਹ ਬਗਾਨੇ ਸੀ, ਬਗਾਨਿਆਂ ਦਾ ਰਾਜ ਵੇਖ ਲਓ ਤੇ ਆਪਣੇ ਨੇ। ਆਪਣਿਆਂ ਨੇ ਕੀ ਕੀਤਾ, ਕੀ ਚੰਨ ਚਾੜਿਆ, ਇਹਦਾ ਸਾਨੂੰ ਵੇਰਵਾ ਲਾਣਾ। ਬਗਾਨਿਆਂ ਨੇ ਸਾਨੂੰ ਕਿੰਨੀ ਸਹੂਲਤਾਂ ਦਿੱਤੀਆਂ ਸੀ ਤੇ ਆਪਣੇ ਕੀ ਕਰ ਰਹੇ, ਤੇ ਕਿੱਥੋਂ ਦੇਸ਼ ਬਚੇਗਾ ਜਦੋਂ ਆਪਣੇ ਏਦਾਂ ਕਰਨ। ਕਿਹਨੂੰ ਮਾੜਾ ਕਹੀਏ ਤੇ ਕਿਹਨੂੰ ਚੰਗਾ ਕਹੀਏ ਜੀ। ਇਹ ਆਪਣੇ ਨੇ ਜਿਹੜੇ ਖਾ ਰਹੇ ਨੇ ਦੇਸ਼ ਨੂੰ, ਕਿੱਥੋਂ ਲਿਆਈਏ ਚੰਗੇ ਬੰਦੇ।
ਚਲੋ ਸਿਸਟਮ ਤੇ ਬਣਾ ਸਕਦੇ ਨਾ ਜੀ, ਚੰਗੇ ਬੰਦੇ ਨਾ ਲਿਆ ਸਕੀਏ ਪਰ ਚੰਗੇ ਬੰਦੇ ਲਿਆਉਣ ਦਾ ਸਿਸਟਮ ਤੇ ਕਰ ਸਕਦੇ ਹਾਂ। ਔਰ ਅੱਜ ਇਸੇ ਕਰਕੇ ਆਪਾਂ ਗੱਲ ਕਰ ਰਹੇ ਹਾਂ ਕਿ ਸਿਆਸੀ ਪਾਰਟੀਆਂ RTI ਐਕਟ ਦੇ ਥੱਲੇ ਆਉਣੀ ਚਾਹੀਦੀਆਂ ਜਾਂ ਕੀ ਕੁਝ ਸਿਆਸੀ ਪਾਰਟੀਆਂ ਦਾ RTI ਐਕਟ ਥੱਲੇ ਆਉਣਾ ਚਾਹੀਦਾ। ਮਿਹਰਬਾਨੀ ਪ੍ਰੇਮਪੁਰਾ ਜੀ, ਥੈਂਕ ਯੂ। ਇਨਫੈਕਟ 3-4 ਮਸਲੇ ਨੇ ਇਹਦੇ ਵਿੱਚ। ਇੱਕ ਤਾਂ ਫੰਡਿੰਗ ਦਾ ਮਸਲਾ ਜਿਹੜਾ ਵਾ ਉਹ ਜ਼ਰੂਰ ਜਨਤਕ ਹੋਣਾ ਚਾਹੀਦਾ ਵਾ। ਸਿਆਸੀ ਪਾਰਟੀਆਂ ਨੂੰ ਕਿੰਨੇ ਫੰਡਿੰਗ ਦਿੱਤੀ, ਕਿੰਨੀ ਫੰਡਿੰਗ ਦਿੱਤੀ, ਉਹ ਪਾਰਟੀ ਨੇ ਉਹਦਾ ਫੰਡਿੰਗ ਦਾ ਕੀ ਖਰਚ ਕੀਤਾ, ਕਿੰਨਾ ਪਬਲਿਸਿਟੀ 'ਤੇ ਖਰਚ ਕੀਤਾ ਸਿਆਸੀ ਪਾਰਟੀ ਨੇ, ਕਿੰਨਾ ਉਹ ਆਪਣਾ ਚੋਣ ਪ੍ਰਚਾਰ ਵਾਸਤੇ ਖਰਚ ਕੀਤਾ, ਕਿੰਨਾ ਆਪਣੇ ਮੈਂਬਰਸ ਨੂੰ ਸਹੂਲਤਾਂ ਦੇਣ ਵਾਸਤੇ ਖਰਚ ਕੀਤਾ, ਕਿੰਨਾ ਖਾਣੇ 'ਤੇ ਖਰਚ ਹੋਇਆ ਵਗੈਰਾ ਵਗੈਰਾ। ਲੇਕਿਨ ਕਾਫੀ ਗੱਲਾਂ ਜਿਹੜੀਆਂ ਨੇ ਕਿ ਉਹਨਾਂ ਦੀ ਪਾਰਟੀਆਂ ਦੇ ਵਿੱਚ ਇੰਟਰਨਲ ਡਿਸਕਸ਼ਨ 'ਚ ਕੀ ਫੈਸਲੇ ਹੋਏ ਜਾਂ ਗੱਲਬਾਤ ਹੋਈ, ਉਹ ਸ਼ਾਇਦ RTI ਐਕਟ ਤੋਂ ਬਾਹਰ ਰੱਖਿਆ ਜਾ ਸਕਦਾ। ਲੇਕਿਨ ਕਈ ਹੋਰ ਗੱਲਾਂ ਜਿਹੜੀਆਂ ਨੇ ਉਹ ਜ਼ਰੂਰ RTI ਐਕਟ ਥੱਲੇ, ਖਾਸ ਕਰਕੇ ਫੰਡਿੰਗ ਜਿਹੜੀ ਆ ਉਹ RTI ਐਕਟ ਥੱਲੇ ਜ਼ਰੂਰ ਆਉਣੀ ਚਾਹੀਦੀ ਹੈ। ਮਿਸਕੀ ਗੁਪਤਾ ਕਹਿ ਰਹੇ ਨੇ ਕਿ ਫਿਰ ਆਰਡੀਨੈਂਸ ਆ ਜਾਵੇਗਾ ਤੇ ਫਿਰ ਕਾਨੂੰਨ ਬਣ ਜਾਵੇਗਾ। ਇਹ ਵੀ ਇੱਕ ਸਿਸਟਮ ਹੈ ਜੀ, ਜਦੋਂ ਪਾਰਲੀਮੈਂਟ ਸੈਸ਼ਨ ਨਹੀਂ ਆਉਂਦੀ ਉਦੋਂ ਸਰਕਾਰਾਂ ਆਰਡੀਨੈਂਸ ਲਿਆਉਂਦੀਆਂ ਵਾ, ਜਿਵੇਂ ਦਿੱਲੀ ਸਰਵਿਸਿਜ਼ ਐਕਟ ਦਾ ਆਰਡੀਨੈਂਸ ਲਿਆਂਦਾ ਸੀ, ਜਿਹਨੂੰ ਹੁਣ ਬਿੱਲ ਤਬਦੀਲ ਕੀਤਾ ਜਾ ਰਿਹਾ ਵਾ। ਮੀਨਵਾਈਲ ਜਸਵਿੰਦਰ ਸਿੰਘ ਉਹਨਾਂ ਦਾ ਕਮੈਂਟ ਆ ਕਿ ਬਠਿੰਡਾ ਲੋਕ ਸਭਾ ਹਲਕੇ ਦੀਆਂ ਚੋਣਾਂ ਦੇ ਖਰਚੇ ਜਾਣਕਾਰੀ ਕਿਸੇ ਵੱਲੋਂ ਮੰਗੀ ਗਈ ਸੀ, ਕੱਖ ਨਹੀਂ ਬਣਿਆ, ਵਿੱਚੇ ਹੀ ਰੋਲਤਾ RTI ਐਕਟ ਸਿਸਟਮ ਪਾਰਦਰਸ਼ੀ ਨਹੀਂ ਹੈ। ਇਹ ਜਸਵਿੰਦਰ ਸਿੰਘ ਦਾ ਵਿਚਾਰ ਹੈ। ਇਨਫੈਕਟ ਬਹੁਤ ਸਾਰੀਆਂ ਸਰਕਾਰਾਂ ਨੇ, ਲੋਕਾਂ ਨੇ, ਸਰਕਾਰੀ ਅਫਸਰਾਂ ਨੇ ਢੰਗ ਤਰੀਕੇ ਲੱਭ ਲਏ ਆ ਜਿਹੜੀ ਜਾਣਕਾਰੀ ਆ ਉਹ ਨਾ ਦੇਣ ਦੇ। ਢੰਗ ਤਰੀਕੇ ਤਾਂ ਲੱਭਣੇ ਚਾਹੀਦੇ ਸੀ ਜਾਣਕਾਰੀ ਦੇਣ ਦੇ, ਲੇਕਿਨ ਉਲਟਾ ਹੋ ਰਿਹਾ ਵਾ। ਇਹ ਗੱਲ ਜਸਵਿੰਦਰ ਸਿੰਘ ਨੇ ਕਹੀ ਆ, ਬਿਲਕੁਲ ਸਹੀ ਗੱਲ ਭਾਈ ਸਾਹਿਬ ਨੇ ਕਹੀ ਆ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਸੰਧੂ ਜੀ। ਸਤਿ ਸ਼੍ਰੀ ਅਕਾਲ ਲਾਲ ਸਿੰਘ ਜੀ। ਸੰਧੂ ਸਾਹਿਬ ਗੱਲ ਇਹ ਹੈ ਜੀ, ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਆਪਣੇ ਭੈਣ ਭਰਾ ਦੇਖਦੇ ਨੇ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਗੱਲ ਇਹ ਜਿਹੜੀ RTI ਹੈ ਸੰਧੂ ਸਾਹਿਬ, ਇਹ ਥੋੜੀ ਜਿਹੀ ਨਾ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ। ਜਿਵੇਂ ਮੌਕੇ ਦੀ ਸੱਤਾ ਦੀ ਪਾਰਟੀ ਆਪ ਆ, ਜੇ ਕੋਈ RTI ਲੈਂਦਾਗਾ ਪਹਿਲਾਂ ਤਾਂ ਉਹਨੂੰ ਟਾਲ ਮਟੋਲ ਕਰੀ ਜਾਣਗੇ, ਟਾਈਮ ਲੰਮਾ ਲਾਈ ਜਾਣਗੇ, ਜੇ ਨਹੀਂ ਦੇਣੀ ਕੋਈ ਆਖਣਗੇ ਦੇ ਨਹੀਂ ਸਕਦੇ, ਨਾ ਉਹ ਲਿਖ ਕੇ ਦਿੰਦੇ ਨੇ। ਥੋੜਾ ਜਿਹਾ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ। ਜਿਵੇਂ ਆਪਾਂ ਮੋਬਾਈਲ ਤੇ ਚਾਰਜ ਲਾਉਣਾ ਲਿਖਿਆ ਉਹਦਾ ਫਾਸਟ ਚਾਰਜ, ਥੋੜਾ ਜਿਹਾ ਉਹਦੇ ਵਿੱਚ ਫਾਸਟ ਚੱਲਣਾ ਚਾਹੀਦਾ, ਉਹ ਬੰਦ ਨਹੀਂ ਹੋਣੀ ਚਾਹੀਦੀ। ਹੋਰ ਉਹਦੇ ਵਿੱਚ ਗਤੀਆਂ ਵਿਧੀਆਂ ਜਿਹਦੇ ਵਿੱਚ ਲੈ ਕੇ ਆਉਣਾ ਚਾਹੀਦਾ ਇਹਨਾਂ ਨੂੰ। ਇਹ ਇਸ ਤਰ੍ਹਾਂ ਕੰਮ ਚੱਲੂਗਾ ਜੀ। ਚਲੋ ਸਰਕਾਰਾਂ ਜਿਹੜੀਆਂ ਵਾ ਉਹਨਾਂ ਨੂੰ ਤੇ ਟਾਲ ਮਟੋਲ ਨਹੀਂ ਕਰਨਾ ਚਾਹੀਦਾ, ਜਾਣਕਾਰੀ ਜਲਦੀ ਦੇਣੀ ਚਾਹੀਦੀ ਹੈ। ਪਰ ਕੀ ਲੱਗਦਾ ਵਾ ਸਿਆਸੀ ਪਾਰਟੀਆਂ ਵੀ RTI ਐਕਟ ਥੱਲੇ ਆਉਣੀ ਚਾਹੀਦੀਆਂ? ਕੀ ਧਾਰਮਿਕ ਅਦਾਰੇ ਵੀ ਆਉਣੇ ਚਾਹੀਦੇ ਆ? ਬਿਲਕੁਲ ਟੋਟਲ ਆਉਣਾ ਚਾਹੀਦਾ ਜੀ, ਟੋਟਲ ਆਉਣਾ ਚਾਹੀਦਾ। ਕੁੱਲ ਮਿਲਾ ਕੇ ਹਰ ਇੱਕ ਆਉਣਾ ਚਾਹੀਦਾ, ਥੱਲੇ ਤੋਂ ਲੈ ਕੇ ਉੱਪਰ ਤੱਕ ਆਉਣਾ ਚਾਹੀਦਾ RTI ਦੇ ਵਿੱਚ ਜੀ। ਮਿਹਰਬਾਨੀ, ਥੈਂਕ ਯੂ। ਲਾਲ ਸਿੰਘ ਦਾ ਵਿਚਾਰ ਆ ਕਿ RTI ਥੱਲੇ ਧਾਰਮਿਕ ਅਦਾਰੇ ਵੀ ਆਉਣੇ ਚਾਹੀਦੇ ਨੇ, ਪਾਰਟੀਆਂ ਵੀ ਆਉਣੀ ਚਾਹੀਦੀਆਂ। ਖਾਸ ਕਰਕੇ ਜਿਹੜਾ ਫੰਡਿੰਗ ਦਾ ਖਰਚ ਸਿਸਟਮ ਆ ਔਰ ਖਰਚੇ ਦਾ ਸਿਸਟਮ ਆ, ਇਹਦੇ ਤੇ ਪਾਰਦਰਸ਼ਤਾ ਜਿਹੜੀ ਆ ਉਹ ਲਿਆਉਣੀ ਬਹੁਤ ਜ਼ਰੂਰੀ ਆ। ਵਿਲ ਟੇਕ ਦ ਨੈਕਸਟ ਕਾਲ। ਹੈਲੋ ਹਾਂਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਸਮੀਪ ਸਿੰਘ ਬੋਲ ਰਿਹਾ ਜੀ। ਸਮੀਪ ਜੀ ਸਮੀਪ ਜੀ। ਹਾਂਜੀ, ਆਈ ਥਿੰਕ ਕਾਫੀ ਗੱਲਾਂ ਤੇ ਸਾਰੇ ਕਾਲਰ ਨੇ ਕਹੀਆਂ ਕਿ ਤੁਸੀਂ ਵੀ ਕਹੀਆਂ ਹੁਣੇ ਜਿਹੜੀ ਗੱਲ ਚੱਲੀ ਹੈ। ਮੈਨੂੰ ਪਹਿਲਾਂ ਤੇ ਮੈਂ ਜਦੋਂ ਸਿਟੀਜ਼ਨ ਨਹੀਂ ਸੀ ਤੇ ਮੈਂ RTI ਫਾਈਲ ਕਰਦਾ ਸੀ ਕਾਫੀ ਇੱਥੋਂ ਹੀ, ਤੇ ਕਾਫੀ ਜਾਣਕਾਰੀ ਮਿਲਦੀ ਰਹਿੰਦੀ ਸੀ ਮੈਨੂੰ। ਪਰ ਇੱਕ ਗੱਲ ਮੈਂ ਬੜੀ ਹੋਰ ਦੇਖੀ ਹੈ, ਚਲੋ ਧਾਰਮਿਕ ਜਿਸ ਤਰ੍ਹਾਂ ਇੱਥੇ ਗੁਰਦੁਆਰੇ ਨੇ, ਜਿਹੜੀ ਸੰਸਥਾਵਾਂ ਨੇ ਅਮਰੀਕਾ 'ਚ ਵੀ, ਉਹ ਸਾਰਾ ਆਪਣਾ ਲੇਖਾ ਜੋਖਾ ਸੰਗਤਾਂ ਨਾਲ ਆਪਣੇ ਲੋਕਲੀ ਵੀ ਸ਼ੇਅਰ ਕਰਦੀਆਂ ਨੇ। ਸੋ ਇਹਦੇ ਵਿੱਚ ਧਾਰਮਿਕ ਜੇ ਲੋਕੀ ਡੋਨੇਸ਼ਨ ਦੇ ਰਹੇ ਨੇ ਤੇ ਉਹ ਜ਼ਰੂਰ ਉਹਦੀ ਇਨਫੋਰਮੇਸ਼ਨ ਸਾਰਿਆਂ ਨੂੰ ਹੋਣੀ ਚਾਹੀਦੀ ਹੈ। ਤੇ ਪਰ ਹੈਰਾਨੀ ਦੀ ਗੱਲ ਇਹ ਆ ਕਿ ਜਿਸ ਤਰ੍ਹਾਂ ਪੰਜਾਬ, ਮੈਂ ਪਿਛਲੇ ਹਫ਼ਤੇ ਹੀ ਆ ਜਿਹੜਾ ਟੀਚਰਸ ਦਾ ਗਿਆ ਜੀ, ਹੁਣ ਫਿਰ ਟ੍ਰੇਨਿੰਗ ਲਈ ਥੋੜਾ ਜਿਹਾ ਮੁੱਦੇ ਤੋਂ ਮੈਂ ਕਈਆਂ ਨੂੰ ਕਿਹਾ ਕਿ ਤੁਸੀਂ RTI ਫਾਈਲ ਕਰੋ ਕਿ ਇਹ ਦਿੱਲੀ ਤੋਂ ਭਗਵੰਤ ਮਾਨ ਸਾਹਿਬ ਭੇਜ ਰਹੇ ਨੇ, ਝੰਡੀਆਂ ਦੇ ਰਹੇ ਨੇ, ਚੌਥਾ ਡੈਪੂਟੇਸ਼ਨ ਕਿ ਤੀਜਾ ਗਿਆ ਹੈ ਸੰਧੂ ਸਾਹਿਬ। ਕਿੱਡੀ ਹੈਰਾਨੀ ਹੈ, ਤੁਸੀਂ ਕਿਤੇ ਨਹੀਂ ਵੇਖੋਗੇ ਕਿ ਆਪਣੇ ਸੂਬੇ ਦੇ ਹਵਾਈ ਅੱਡੇ ਤੋਂ ਫਲਾਈਟਾਂ ਹੋਣ ਉਸ ਮੁਲਕ ਨੂੰ, ਸਿੰਗਾਪੁਰ ਨੂੰ, ਤੇ ਹਫ਼ਤੇ 'ਚ 5 ਦਿਨ ਫਲਾਈਟਾਂ ਜਾਂਦੀਆਂ ਹੋਣ ਤੇ ਤੁਹਾਡਾ ਮੁੱਖ ਮੰਤਰੀ ਬੱਸਾਂ ਨੂੰ ਝੰਡੀਆਂ ਦੇ ਕੇ ਦਿੱਲੀ ਵੱਲ ਨੂੰ ਭੇਜੇ। ਤੇ ਮੈਂ ਬੜਿਆਂ ਨੂੰ ਉੱਥੇ ਅੰਮ੍ਰਿਤਸਰ ਕਿਹਾ ਕਿ RTI ਫਾਈਲ ਕਰੋ ਕਿ ਕਿਹੜੇ ਡਿਸੀਜਨ ਕਰਕੇ ਉੱਥੇ ਦਿੱਲੀੋਂ ਭੇਜ ਰਹੇ ਨੇ, ਜਾਂ ਇਹਦਾ ਖਰਚਾ ਕਿੰਨਾ ਹੋ ਰਿਹਾ, ਕੀ ਹੋ ਰਿਹਾ। ਕਈਆਂ ਨੇ ਕਿਹਾ ਕਿ ਵਿੰਡਿਕਟਿਵ ਬੜੇ ਨੇ, ਉਹਨਾਂ ਨੇ ਸਾਡਾ ਨਾਂ ਆ ਜਾਏਗਾ। ਸੋ ਇਹ ਬੜੀ ਹੈਰਾਨੀ ਹੈ, ਜਿਹੜੀ ਇਹ ਲੋਕ ਜਿਹੜਾ ਡਰ ਹੈ ਉਹ ਵੀ ਥੋੜਾ ਦੂਰ ਹੋਣਾ ਚਾਹੀਦਾ ਹੈ। ਬਹੁਤ ਇੰਟਰਸਟਿੰਗ ਪੁਆਇੰਟ ਹੈ। ਬਹੁਤ ਇੰਟਰਸਟਿੰਗ ਪੁਆਇੰਟ ਹੈ ਕਿ RTI ਦੀ ਕਿਉਂ ਲੋੜ ਆ।
ਸਰਕਾਰਾਂ ਦੇ ਉੱਤੇ ਲਾਗੂ ਕਰਨ ਦੀ, ਕਿ ਹੁਣ ਜਿਵੇਂ ਪੰਜਾਬ ਸਰਕਾਰ ਨੇ ਟੀਚਰ ਜਾਂ ਪ੍ਰਿੰਸੀਪਲ ਬਾਹਰ ਭੇਜੇ ਆ, ਉਹ ਦਿੱਲੀੋਂ ਕਿਉਂ ਭੇਜੇ, ਅੰਮ੍ਰਿਤਸਰੋਂ ਕਿਉਂ ਨਹੀਂ ਭੇਜੇ ਜਾਂ ਚੰਡੀਗੜ੍ਹੋਂ ਕਿਉਂ ਨਹੀਂ ਭੇਜੇ, ਇਹ ਵੀ ਇੱਕ ਪੁਆਇੰਟ ਹੈ। ਸੋ ਲੋਕੀ ਹੁਣ ਡਰਨ ਲੱਗ ਪਿਆ ਵੀ ਜੇ RTA ਥੱਲੇ ਇਨਫੋਰਮੇਸ਼ਨ ਮੰਗੀ ਤੇ ਇਹ ਨਾ ਹੋਵੇ ਵੀ ਸਾਡੇ ਖਿਲਾਫ ਕਾਰਵਾਈ ਹੋ ਜਾਏ ਜਾਂ ਕੇਸ ਰਜਿਸਟਰ ਹੋ ਜਾਏ। ਸੋ ਲੋਕੀ ਡਰਨ ਲੱਗ ਪਿਆ ਵਿੰਡਿਕਟਿਵ ਐਕਸ਼ਨ ਤੋਂ। ਬਹੁਤ ਥੈਂਕ ਯੂ ਵੈਰੀ ਮਚ ਸਮੀਪ ਸਿੰਘ ਜੀ, ਇੱਕ ਨਵੇਂ ਮਸਲੇ ਦੇ ਉੱਤੇ ਚਾਨਣਾ ਤੁਸੀਂ ਪਾਇਆ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਆ, ਜਿਹੜੇ ਬੰਦੇ ਪੈਸੇ ਦੇ, ਮੈਂ ਗੁਰਦਿਆਲ ਸਿੰਘ ਗਰੇਵਾਲ ਬੋਲਦਾ ਜੀ ਕੈਨੇਡਾ ਤੋਂ। ਹਾਂਜੀ ਗੁਰਦਿਆਲ ਜੀ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ, ਜਿਹੜੇ MLA ਖਰੀਦੇ ਜਾਂਦੇ ਆ ਉਹ ਕਿਹੜੇ ਖਾਤੇ 'ਚ ਪੈਣਗੇ? ਓਕੇ ਉਹਦਾ ਵੀ ਖਾਤਾ ਦੱਸੋ ਨਾ, ਕਿਹੜੇ ਖਾਤੇ ਸ਼ੋ ਕਰਨਗੇ ਉਹ, ਕਿੱਦਾਂ ਜਿਹੜੇ ਬੰਦੇ ਖਰੀਦੇ MLA ਖਰੀਦੇ ਜਾਂਦੇ ਨੇ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਿਆਸੀ ਪਾਰਟੀਆਂ ਜਦੋਂ MLA ਖਰੀਦੀਆਂ ਵਾ ਉਹ ਕਿਹੜੇ ਖਾਤੇ 'ਚ ਪੈਣਗੀਆਂ? ਬਹੁਤ ਵੈਲਿਡ ਸਵਾਲ ਹੈ ਜੀ, ਔਰ ਸ਼ਾਇਦ ਇਸੇ ਕਰਕੇ ਅੱਜ ਅਸੀਂ ਡਿਸਕਸ਼ਨ ਕਰ ਰਹੇ ਹਾਂ, ਔਰ ਇਸੇ ਕਰਕੇ ਲੋਕ ਵੀ ਮੰਗ ਕਰ ਰਹੇ ਆ ਵੀ ਸਿਆਸੀ ਪਾਰਟੀਆਂ ਐਟਲੀਸਟ ਉਹਨਾਂ ਦਾ ਜਿਹੜਾ ਫੰਡਿੰਗ ਦਾ ਸਿਸਟਮ ਆ ਉਹ ਜਿਹੜਾ ਵਾ ਉਹ RTA ਐਕਟ ਦੇ ਅਧੀਨ ਜ਼ਰੂਰ ਹੋਣਾ ਚਾਹੀਦਾ ਵਾ। ਬਹੁਤ ਅੱਛੀ ਡਿਸਕਸ਼ਨ ਹੋਈ, ਤੁਸੀਂ ਬਹੁਤ ਵੱਧ ਚੜ੍ਹ ਕੇ ਸਾਰਿਆਂ ਨੇ ਹਿੱਸਾ ਲਿਆ, ਬਹੁਤ ਬਹੁਤ ਧੰਨਵਾਦ। ਔਰ ਮੈਂ ਹੁਣ ਲੈ ਰਿਹਾ ਤੁਹਾਡੇ ਤੋਂ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।